अवगुण परे एक गुण नाहि, अमृत छाड़ बिखे बिखावे। हम अवगुण परे एक गुण नाहि, अमृत छाड़ बिखे बिखावे। माया मोह भरम वै भूले, सुत दारा सु प्रीत लगाई। ये उत्तम पंथ सुनियो गुर संगत, ते मलंत जम त्रास मिटाई। एक अरदास पाठ कीरत की, गुरु रामदास राखो शरण आई। अंत न पावत देव सवै, मन इंद्र महासिव योग करी। हुन वेद ग्रंथ विचार रहियो, हर जाप न छाड़ियो ए करी। मथुरा जन को प्रभु दीन दयाल है, सब संगत श्रेष्ठ निहाल करी। रामदास गुरु जग तारन को, गुर विरोध सो अर्जन माहे करी। धन धन साहिब श्री गुरु नानक देव जी महाराज। धन धन साहिब श्री गुरु गोबिंद सिंह साहिब जी महाराज। धन धन साहिब श्री गुरु ग्रंथ साहिब महाराज जी। महान कृपालता बख्शे का सदका सतगुरु जी दे अपने अनुग्रह कृपा द्वारा ये तरन तारण साहिब की नगरी बसाई। सरोवर साहब, श्री दरबार साहब और अमृत बाणी का कीर्तन, नितनेम, कथा और महाराज ने बड़े वरदान दिते हैं। छेवें पातशाह जी ने बहुत वर दिते। 14 दे इशनान श्री तरन तारण साहिब दरबार साहिब महाराज दर्शन दीदार। श्री हरमंदर साहिब अमृतसर साहिब अमावस बेअंत स्थानों से सतगुरु जी ने जुदियां जुदियां बख्शिशां वंडियां। किते कोई वरदान देगा, किते स्थान कोई वर दिता हुआ। सदियां बीत गई हैं। महाराज के जोड़े वचन हैं वो जिमें किमें उस तरह ही फटाले हैं। महाराज की जी कला वो हमेशा ही वरतती है। 14 के दिन से बेअंत संगतां श्री तरन तारण साहिब अमृत सरोवर के इशनान, श्री दरबार साहिब महाराज के दर्शन दीदारे। कोई जोड़ियां की सेवा कर रहा है, कोई छबीलां ला के बैठे हैं। गर्मियों का मौसम है, वो लंगर की सेवा वो कड़ा प्रसाद करा रहे हैं। कोई दीवान विच कथा कीर्तन की हाजरी कर रहे हैं। कई महाराज के चरणों में बैठ के हरिया सुनते हैं या नितने नाम बाणी का अभ्यास करते हैं। क्योंकि सतगुर ने फोन बंद कर दो, सारे युगों का जुदा जुदा धर्म है। सतयुग सत, त्रेता युगी, द्वापर पूजा चार, तीनों युग
ਕਿਨੂੰ ਦਿੜੈ ਕਲ ਕੇਵਲ ਨਾਮ ਆਧਾਰ। ਸਤਿਯੁਗ ਦੇ ਵਿੱਚ ਲੋਕ ਬੜੇ ਸਤਵਾਦੀ ਸੀ। ਤ੍ਰੇਤੇ 'ਚ ਯੁਗਾਂ ਦਾ ਜ਼ੋਰ ਪਿਆ, ਜਪ ਕਰਦੇ ਸੀ, ਉਮਰਾਂ ਲੰਮੀਆਂ ਸੀ। ਉਸ ਤਰ੍ਹਾਂ ਸਮਾਂ ਵੀ ਪਾਸ ਨਹੀਂ ਸੀ ਹੁੰਦਾ। ਹੁਣ ਯੁਗਾਂ ਵਿੱਚ ਮਾਇਆ ਵੀ ਕਾਫੀ ਖਰਚ ਹੁੰਦੀ ਹੈ। ਦੁਆਪਰ ਵਿੱਚ ਫਿਰ ਪੂਜਾ 16 ਤਰ੍ਹਾਂ ਦੀ, ਇਹ ਵੀ ਬੜਾ ਕਸ਼ਟ ਵਾਲਾ ਕੰਮ ਹੈ। 16 ਤਰ੍ਹਾਂ ਦੀ ਪੂਜਾ। ਕਲਯੁਗ 'ਚ ਉਮਰਾਂ ਵੀ ਘੱਟ ਆ ਤੇ ਆਜੀਵਿਕਾ ਵੀ ਬੜੀ ਮਹਿੰਗੀ ਔਰ ਸਖਤ ਹੈ। ਤੇ ਮਾਇਆ ਦਾ ਵੀ ਪ੍ਰਭਾਵ ਬੜਾ ਹੈ ਤੇ ਸੰਗਤ ਦਾ ਵੀ ਪ੍ਰਭਾਵ ਹੈ। ਇਹਦੇ 'ਚ ਕਲਿਆਣ ਦਾ ਸਾਧਨ ਪਰਮੇਸ਼ਰ ਦਾ ਨਾਮ ਹੈ। ਨਾਮ ਦਾ ਅਭਿਆਸ। ਉਹ ਦੂਜਾ ਸਤ ਸੰਗਤ ਹੈ। ਹੁਣ ਇਹ ਸ਼ਬਦ ਪੜ੍ਹੀਏ, ਪਾਠ ਪੜ੍ਹਿਓ ਔਰ ਵੇਦ ਵਿਚਾਰਿਓ, ਨੇਵਲ ਗ੍ਰੰਥ ਨੂੰ ਸਾਧੇ। ਇਹ 'ਚ ਜਿੰਨੇ ਵੀ ਮੁੱਖ ਸਾਧਨ ਹੈ ਸਾਰੇ ਦੱਸਿਓ। ਅਵੀਰੀ ਨਤੀਜਾ ਇਹ ਕੱਢਿਆ, ਹਰ ਕੀਰਤ ਸਾਧ ਸੰਗਤ ਹੈ। ਸਿਰ ਕਰਮਨ ਕੈ ਕਰਮਾ, ਉਹ ਨਾਨਕ ਤਿਸ ਭਇਓ ਪ੍ਰਾਪਤ, ਜਿਸ ਪੁਰਬ ਲਿਖੇਗਾ ਲੈਣ। ਸੰਗਤ ਦੇ ਵਿੱਚ ਬਹੁਤ ਗੱਲ ਹੈ। ਭਾਈ ਵਿਧੀ ਚੰਦ ਲੈ ਲਓ, ਚੋਰਾਂ ਦੇ ਟੋਲੇ ਨਾਲ ਚੋਰੀਆਂ ਜੁਦੇ ਜੁਦੇ ਢੰਗ ਦੀਆਂ ਹੈਗੀਆਂ। ਕਈ ਇੱਕ ਦੂਜੇ ਦੀ ਕਵਿਤਾ ਦੀ ਚੋਰੀ ਕਰਦੇ ਆ, ਕਿਸੇ ਦੇ ਗ੍ਰੰਥ ਦੀ ਗੁਣ ਦੀ ਚੋਰੀ ਕਰਦੇ, ਸੋਨੇ ਦੀ ਚੋਰੀ ਹੈ, ਮਾਇਆ ਪਦਾਰਥਾਂ ਦੀ ਚੋਰੀ ਹੈ, ਮਾਲ ਢਾਂਡੇ ਦੀ ਚੋਰੀ। ਤੇ ਭਾਈ ਨੰਦ ਚੰਦ ਦੇ ਹਲੋ ਗੁਰੂ ਗ੍ਰੰਥ ਸਾਹਿਬ ਹੀ ਲੈ ਗਿਆ ਸੀ। ਅਦਾਸੀ ਸਾਧੂ ਮਹਾਰਾਜ ਸਰੂਪ ਲਿਖ ਕੇ 10ਵੇਂ ਪਾਤਸ਼ਾਹ ਚਰਨ 'ਚ ਦਸਤਖਤ ਕਰਾਉਣੇ ਸੀ, ਮਨਜ਼ੂਰੀ ਲੈਣੀ ਸੀ। ਨੰਦ ਚੰਦ ਦੀਵਾਨ ਸੀ, ਲਿਖਾਈ ਬੜੀ ਸੁੰਦਰ ਸੀ। ਉਹਦਾ ਮਨ ਗੁਰੂ ਗ੍ਰੰਥ ਸਾਹਿਬ ਤੇ ਬਹੁਤ ਮਾਇਲ ਹੋ ਗਿਆ। ਉਹਨੂੰ ਮਿਲਣੇ ਧੰਦੇ ਵੇ ਮਹਾਰਾਜ ਅੱਜ ਕਰਦੇ ਆ ਕੱਲ। ਅਖੀਰੀ ਵਿਚਾਰਾ ਗਰੀਬ ਸੀ, ਦਉਕਾ ਕੇ ਭੇਜਤਾ। ਜਦੋਂ ਮਹਾਰਾਜ ਸ਼ਿਕਾਰ ਚਲੇ ਫਿਰ ਉਹ ਮਿਲਿਆ, ਦੱਸਿਆ ਵੀ ਮਹਾਰਾਜ ਮੈਂ ਇਸ ਤਰ੍ਹਾਂ ਮਹਾਰਾਜ ਸਰੂਪ ਤਿਆਰ ਕਰਕੇ ਲਿਆਇਆ ਸੀ। ਨੰਦ ਚੰਦ ਮਹਾਰਾਜ ਦਾ ਬੁਲਾਓ ਕਿੱਥੇ? ਉੱਥੋਂ ਗੁਰੂ ਗ੍ਰੰਥ ਸਾਹਿਬ ਚੋਰੀ ਲੈ ਕੇ ਤੇ ਭਾਈ ਕੀ ਡੋਲੀ ਚਲੇ ਗਿਆ। ਉਹ ਹਾਲੇ ਉੱਥੇ ਹੈ, ਭਾਈ ਕੀ ਡੋਲੀ ਦੇਖ ਲਓ। ਤੇ ਜੇ ਮਹਾਰਾਜ ਨੂੰ ਬੇਨਤੀ ਕਰਦਾ, ਮਹਾਰਾਜ ਉਹਨੂੰ ਦਵਾ ਦਿੰਦੇ। ਗੱਲ ਤਾਂ ਕੋਈ ਐਡੀ ਹੈ ਨਾ। ਪਰ ਮਨ ਕਈ ਗੋਲਕ ਦੀ ਚੋਰੀ ਕਰਦੇ। ਪਰ ਗ੍ਰੰਥਾਂ 'ਚ ਲਿਖਿਆ, ਗੁਰ ਕੇ ਤਨ ਕੋ ਜੇ ਨਰ ਹਰ ਹੈ, ਅਤ ਤੇਜ ਬਭੂਤ ਦੁਖੀ ਹੋਏ ਮਰ ਹੈ। ਜਿਹੜਾ ਗੁਰੂ ਘਰ ਦੇ ਧਨ ਦੀ ਜਾਂ ਕਿਸੇ ਚੀਜ਼ ਦੀ ਚੋਰੀ ਕਰਦਾ, ਉਹਦਾ ਤਪ ਤੇਜ ਨਾਸ ਹੋ ਜਾਂਦਾ, ਫਿਰ ਉਹ ਦੁਖੀ ਹੋ ਕੇ ਮਰਦਾ। ਕਈ ਲੰਗਰ ਚੋਰੀ ਕਰਦੇ, ਚੰਗਾ ਚੰਗਾ ਖਾ ਲੈਣਾ ਤੇ ਸੰਗਤ ਨੂੰ ਬਸ ਆਉਂ ਬਤਾਉਂ ਕਰ ਦੇਣਾ। ਕਰਮਾਲੇ ਚੱਕ ਕੇ ਲੈ ਗਿਆ, ਘੜਿਆਲ ਚੱਕ ਕੇ ਲੈ ਗਿਆ। ਬਹੁਤ ਤਰ੍ਹਾਂ ਦੀਆਂ ਚੋਰੀਆਂ। ਤੇ ਰਾਵਣ ਸੀਤਾ ਨੂੰ ਚੁਰਾ ਕੇ ਲੈ ਗਿਆ ਸੀ, ਇਹ ਵੀ ਚੋਰੀ ਕੀਤੀ ਨਾ। ਉਹਦਾ ਦੇ ਲੋ ਕਮਿਆਨਾ ਕੀ ਭੋਗਣਾ ਪਿਆ। 1 ਲੱਖ ਪੂਤ 1.25 ਲੱਖ ਨਾਤੀ, ਤੇ ਰਾਵਣ ਘਰ ਦੀਆ ਨਾ ਬਾਤੀ। ਇਹ ਵੀ ਚੋਰੀ ਕੀਤੀ ਨਾ। ਕਈ ਗੁਰੂ ਕੇ ਸ਼ਾਸਤਰਾਂ ਦੀ ਚੋਰੀ ਕਰਦੇ। ਇਹ ਬਹੁਤ ਸੋਹਣਾ। ਜਦੋਂ ਗੁਰੂ ਸਾਹਿਬ ਮਹਾਰਾਜ ਜੰਗ ਹੋਈ,
ਤੇ ਜਿੰਨੇ ਸ਼ਹੀਦ ਸਿੱਖ ਹੋਏ ਮਹਾਰਾਜ ਨੇ ਇੱਕ ਜਗ੍ਹਾ ਅੰਗੀਠਾ ਤਿਆਰ ਕਰਕੇ ਸੰਸਕਾਰ ਕਰਾਇਆ। ਜਿਹੜੇ ਮੁਸਲਮਾਨ ਫੌਜਾਂ ਹੁੰਦੇ ਸੀ ਕੋਈ ਤਾਂ ਬਹੁਤ ਵੱਡਾ ਟੋਆ ਪੱਟ ਕੇ ਉੱਥੇ ਸਾਰੇ ਪਾ ਕੇ ਵਿੱਚ ਤੇ ਉਹਨਾਂ ਦੇ ਕਹਿੰਦੇ ਮਹਾਰਾਜ ਹਥਿਆਰ ਵੀ ਨਾਲੇ ਲਾ ਦਵਾ ਕੇ ਉਹਦੇ ਉੱਤੇ ਫਿਰ ਢਾਡੀਆਂ ਦੀਆਂ 12 ਲੋਈਆਂ ਦੀਵਾਨ ਲਾਇਆ ਮਹਾਰਾਜ। ਆ ਜਿਹੜੇ ਆਪਣੇ ਆਪ ਨੂੰ ਹੁਕਮਰਾਨ ਕਹਾਉਂਦੇ ਆ ਤੇ ਦੇਖ ਲਓ ਉਹਨਾਂ ਦੀਆਂ ਲਾਸ਼ਾਂ ਤੇ ਮਹਾਰਾਜ ਨੇ ਦੀਵਾਨ ਲਾਇਆ ਤੇ ਮਹਾਰਾਜ ਨੇ ਕਿਹਾ ਚੋਰੀ ਨਹੀਂ ਕਰਨੀ। ਇੱਕ ਪ੍ਰੇਮੀ ਨੇ ਵਿੱਚੋਂ ਬਹੁਤ ਸੋਹਣੀ ਤਲਵਾਰ ਹੀਰੇ ਜੜੇ ਹੋਏ ਮੁੱਠ ਤੇ ਤੇ ਸੋਨੇ ਦੀ ਝਾੜ ਫਿਰੀ ਹੋਈ ਉਹਨੂੰ ਕੋਲੇ ਮਹਾਰਾਜ ਨੇ ਕਿਹਾ ਸੀ ਕਿ ਹਰੇਕ ਦਾ ਹਥਿਆਰ ਵੀ ਨਾਲ ਜਿਹਨੇ ਪੁੱਛਿਆ ਮੁਕਰ ਗਿਆ। ਮਹਾਰਾਜ ਜਾਣ ਮਹਾਰਾਜ ਕਹਿੰਦੇ ਦੱਸਦੇ ਜਿੱਥੇ ਹਾਲੇ ਵੀ ਲਿਆ ਨਹੀਂ ਜੀ ਮੈਂ ਤਾਂ ਨਹੀਂ ਕੀਤੀ। ਮਹਾਰਾਜ ਕਹਿੰਦੇ ਤੂੰ ਬਚਨ ਦੀ ਉਲੰਘਣਾ ਕੀਤੀ ਹੈ। ਤਲਵਾਰ ਹੁਣ ਤੁਹਾਡੇ ਟੱਬਰ 'ਚ ਚੱਲਦੀ ਹੀ ਰਹੂਗੀ ਇਹ ਚੱਲਦੀ ਰਹੂਗੀ ਹੁਣ ਪਰਿਵਾਰ 'ਚ ਉਹ ਅੱਜ ਵੀ ਨਹੀਂ ਹੈ ਬਸ ਉਹ ਆਪ 'ਚ ਵੱਢ ਹੋ ਕੇ ਮਰਦੇ ਰਹਿੰਦੇ। ਬਚਨ ਸ਼ਾਸਤਰ ਦੀ ਚੋਰੀ ਕੀਤੀ। ਕਈ ਹੁਣ ਗੁਰਦੁਆਰਿਆਂ 'ਚ ਜੋਤ ਦੇ ਘੇ ਦੀ ਚੋਰੀ ਕਰੀ ਜਾਂਦੇ। ਘੇ ਦੀ ਚੋਰੀ ਮਾਈਆਂ ਤੇ ਲੈ ਜਾਂਦੀਆਂ ਨੇ ਮਹਾਰਾਜ ਜੋਤ 'ਚ ਪਾਇਆ ਜਾਏ ਕਿ ਉਹ ਹੁਣ ਚੜ੍ਹਦਾ ਵੀ ਕਾਫੀ ਹੈ। ਬਾਬਾ ਦੀਪ ਸਿੰਘ ਦੇ ਬਹੁਤ ਚੜ੍ਹਦਾ ਦਰਬਾਰ ਸਾਹਿਬ। ਉਹ ਇੱਕ ਵਾਰੀ ਇੱਕ ਸੰਤ ਸੀ ਉਹ ਗ੍ਰੰਥੀ ਸਿੰਘ ਲੰਗਰ ਛਕ ਲਓ ਤੇ ਸੰਤ ਜੀ ਕਹਿੰਦੇ ਛਕ ਲਈ। ਮੈਂ ਕਿਹਾ ਤੁਸੀਂ ਛਕ ਲਓ ਤੇ ਉਸ ਨੇ ਜੀ ਫਿਰ ਲੰਗਰ ਪਾਣੀ ਤਿਆਰ ਕੀਤਾ ਘਿਓ ਚੰਗਾ ਦਾਲ 'ਚ ਪਾਇਆ। ਕਹਿੰਦੇ ਮਹਾਰਾਜ ਦੇਖੋ ਗਿਆਨੀ ਜੀ ਨੇ ਕਿੰਨੇ ਪਿਆਰ ਨਾਲ ਲੰਗਰ ਤਿਆਰ ਕਰਵਾਇਆ ਗਿਆਨਾਂ ਨੇ। ਤੇ ਜਦੋਂ ਗੁਰਕੀ ਮਾਰੀ ਵਿੱਚੋਂ ਬੱਤੀ ਨਿਕਲੀ ਜੋਤ ਦੀ ਸੜੀ ਹੋਈ। ਮੈਂ ਕਿਹਾ ਜੋਤ ਦਾ ਘਿਓ ਪਾਇਆ ਇਹ ਜੋਤ ਦਾ ਘਿਓ ਵਿੱਚੋਂ ਐਡੀ ਸਾਰੀ ਬੱਤੀ ਸੜੀ ਹੋ ਨਿਕਲੀ। ਜੋਤ ਦੇ ਘੇ ਦੀ ਚੋਰੀ ਕਰਦੇ। ਇੱਕ ਵਾਰੀ ਮਹਾਰਾਜ ਰਾਮਚੰਦਰ ਰਾਮ ਰਾਜ ਵਰਤਾਇਆ ਨਾ ਮਹਾਰਾਜ ਨੇ ਕੁੱਤਿਆਂ ਨੂੰ ਵੀ ਇਨਸਾਫ ਦਿੱਤਾ। ਸ਼੍ਰੀ ਰਾਮਚੰਦਰ ਮਹਾਰਾਜ ਅੱਜ ਤਾਂ ਹੁਣ ਨੇਰ ਖਾਤਾ ਬਣਿਆ ਪਿਆ। ਇਹ ਕੁੱਤਾ ਉਹ ਕਹਿੰਦਾ ਮਹਾਰਾਜ ਮੈਂ ਕਿਸੇ ਨੂੰ ਨਾ ਤਾਂ ਭੌਂਕਿਆ ਨਾ ਲੱਤ ਫੜੀ ਵੱਢਿਆ ਮੇਰੇ ਉਹਨੂੰ ਲਾਠੀ ਮਾਰੀ ਹੈ ਜ਼ਖਮ ਕਰ ਦਿੱਤਾ। ਮਹਾਰਾਜ ਕਹਿਣ ਲੱਗੇ ਤੂੰ ਦੱਸ ਇਹਨੂੰ ਸਜ਼ਾ ਕੀ ਦੇਈਏ। ਕਹਿੰਦੇ ਇਹਨੂੰ ਸ਼ਿਵ ਦੁਆਰੇ ਦਾ ਪੁਜਾਰੀ ਬਣਾ ਦਿਓ। ਸਾਰੇ ਬੜੇ ਹੈਰਾਨ ਕਿ ਚੰਗੀ ਸਜ਼ਾ ਦਿੱਤੀ ਤੂੰ ਤਾਂ ਮੰਦਿਰ ਦਾ ਇਹਨੂੰ ਮਹੰਤ ਬਣਾ ਰਿਹਾ। ਇਹ ਚੰਗੀ ਸਜ਼ਾ ਦਵਾਈ ਤਾਂ ਕਹਿੰਦੇ ਮੈਂ ਵੀ ਇੱਕ ਜਨਮ 'ਚ ਪੁਜਾਰੀ ਸੀ ਦੀਵਾ ਬਾਲਦਾ ਹੁੰਦਾ ਸੀ ਜੋਤ ਜਗਾਉਂਦਾ ਸੀ। ਘਿਓ ਜਿਹੜਾ ਸੀ ਨਾ ਖਾਧਾ ਨਹੀਂ ਮੈਂ ਉਹ ਜੋਤ ਦਾ ਘਿਓ ਮੇਰੇ ਨਹਿ ਵਿੱਚ ਰਹਿ ਗਿਆ। ਜਦੋਂ ਰੋਟੀ ਖਾਧੀ ਤੇ ਮੈਂ ਹੇਰਾ ਫੇਰੀ ਉਵੇਂ ਨਹੀਂ ਕੀਤੀ। ਉਹ ਜੋਤ ਦਾ ਸੁਖਣਾ ਦਾ ਕਿਹਦੇ ਕੁੱਤੇ ਦੀ ਜੂਨ 'ਚ ਇਹ ਪੁਜਾਰੀ ਕੀ ਬਣੇਗਾ। ਕਹਿੰਦੇ ਪੁਜਾਰੀ ਕੀ ਬਣੇਗਾ ਕਿਉਂ ਜਿੰਨਾ ਮਹਾਰਾਜ ਦੇ ਨੇੜੇ ਰਹਿੰਦੇ ਉਹਨਾਂ ਡਰ ਹਟੀ ਜਾਂਦਾ ਹੈ। ਇੱਕ ਵਾਰੀ ਅਸੀਂ ਗੁਰਦੁਆਰੇ ਗਏ ਅੱਜ ਮੈਂ ਗੋਲਕ ਪਈ ਨਾ ਇੱਕੋ ਅੱਗੇ ਹੁੰਦੀਆਂ ਗਾਗਰ ਦੀਆਂ ਗੋਲਕ ਉਹ ਗੁਰਦੁਆਰਾ ਸੀ ਪਾਂਦ ਵਿੱਚ ਉਹਨੂੰ ਸੋਚੇ ਕਿ ਆਉਣਾ ਜਾਣਾ ਉਹ ਗੋਲਕ ਨੂੰ ਪੈਰਾਂ ਤੇ ਰੱਖਿਆ ਇਉਂ ਕਰੇ ਤੇ ਵਿੱਚੋਂ ਪੈਸੇ ਡਿੱਗਣ। ਮੈਂ ਗਿਆਨੀ ਜੀ ਕੋਈ ਨਹੀਂ ਦੇਦਾ ਬੜਾ ਸ਼ਰਮਿੰਦਾ ਹੋਇਆ। ਕੋਈ ਗੋਲਕ 'ਚ ਪਾਉਣ ਵਾਲੇ ਆ ਕੋਈ ਚੋਰੀ ਕਰਨ ਵਾਲੇ। ਸ੍ਰਿਸ਼ਟੀ ਅਨੇਕ ਪ੍ਰਕਾਰ ਦੀ ਪਰ ਕਹਿੰਦੇ ਗੁਰ ਕੈ ਧਨ ਕੋ ਜੇ ਨਰ ਹਰ ਹੈ। ਗੁਰੂ ਦੇ ਧਨ ਨੂੰ ਜਿਹੜਾ ਪੁਰਸ਼ ਚੋਰੀ ਕਰਦਾ ਹੱਥ ਤੇਜ
ਉਹਦਾ ਤੇਜ ਨਾਸ ਹੋ ਜਾਂਦਾ, ਆਤਮਾ ਨਾਸ ਹੋ ਜਾਂਦਾ, ਵਿਭੂਤੀ ਵੀ ਨਾਸ, ਦੁਖੀ ਹੋਏ ਮਰ ਹੈ, ਦੁਖੀ ਹੋਏ ਮਰਦਾ, ਪ੍ਰਾਣ ਬੜੇ ਔਖੇ ਨਿਕਲਦੇ। ਜੜਾ ਚੋਰੀ ਤਾਂ ਵੈਸੇ ਹੀ ਮਾੜੀ, ਚੋਰ ਕੀ ਹਾਮਾ ਭਰੇ ਨਾ ਕੋਏ, ਚੋਰ ਕੀਆ ਚੰਗਾ ਕਿਉਂ ਹੋਏ। ਮਹਾਰਾਜ ਦਸਮ ਪਾਤਸ਼ਾਹ ਦੇ ਸ੍ਰੀ ਅਨੰਦਪੁਰ ਕਹਿੰਦਾ, ਮਹਾਰਾਜ ਮੇਰੀਆਂ 3 ਚੋਰੀਆਂ ਹੋ ਜਾਣ ਤੇ ਜਿਲੇ ਫਿਰ ਗੱਫਾ ਮਿਲ ਜਾਏ ਫਿਰ ਮਨ ਗਾਂ ਤੇ ਗਾਂ। ਇਹ ਕਈ ਚੋਰੀਆਂ ਜਿਹੜੀ ਸੰਗਤ ਮਹਾਰਾਜ ਸਾਡੀ ਚੀਜ਼ ਚੱਕੀ, ਸਾਡੀ ਚੋਰੀ ਹੋ ਗਈ। ਤੇ ਮਹਾਰਾਜ ਇੱਥੇ ਵੀ ਮਹਾਰਾਜ ਜਾਣੀ ਜਾਣ। ਤੇ ਭਾਈ ਉਦੈ ਸਿੰਘ ਮਹਾਰਾਜ ਜਰਨੈਲ ਸੀ, ਭਾਈ ਮਨੀ ਸਿੰਘ ਸਾਹਿਬ ਦੇ ਲੜਕੇ, ਕਹਿੰਦੇ ਉਦੈ ਸਿੰਘ ਜਾ, ਇਸ ਵੇਲੇ ਫਲਾਨੀ ਜਗ੍ਹਾ ਘੁੰਮ ਰਿਹਾ, ਭਾਵੇਂ ਨੀੜੇ ਪਾਏ ਆ, ਟੰਗਵੀਂ ਧੋਤੀ ਹੈ, ਤਿਲਕ ਤੁਲ ਲਾਏ ਆ, ਮਾਲਾ ਪਾਈਆਂ, ਲੈ ਆਂਦਾ, ਤੁਰੇ ਨਾ ਪਹਿਲਾਂ। ਉਹ ਹੁਣ ਮਹਾਰਾਜ ਜਰਨੈਲ ਸੀ, ਉਹ ਕਹਿੰਦੇ ਭਲਮਾਨ ਸਿੰਘ ਤੁਰ ਪਾ, ਨਹੀਂ ਦੂਜੀ ਤਰ੍ਹਾਂ ਲੈ ਚਲਾਂਗੇ। ਜਿਹਨੇ ਲਿਆਂਦਾ, ਮਹਾਰਾਜ ਕਹਿੰਦੇ ਤੂੰ ਤਾਂ ਸੁਖਣਾ ਸੁਖੀ, 3 ਚੋਰੀਆਂ ਹੁਣ ਹਟਿਆ ਹੀ ਨਹੀਂ, ਗਾਂ ਤੇ ਗਾਂ ਤੁਰ ਪਿਆ, ਦੱਸ ਸੁਣ ਕੀ ਸਜ਼ਾ ਦੇਈਏ। ਮਹਾਰਾਜ ਨੇ ਬੜੀ ਕਰੜੀ ਸਜ਼ਾ, ਤੇ ਮੁੜ ਕੇ ਹੁਣ ਇੱਥੇ ਮੂੰਹ ਨਾ ਦਿਖਾ, ਨਹੀਂ ਤਾਂ ਮਾਫੀ ਮੰਗ ਲਾ। ਇਸ ਕਰਕੇ ਕਹਿੰਦੇ ਚੋਰ ਕੀ ਹਮ ਭਰੈ ਨਾ ਕੋਏ, ਚੋਰ ਕੀਆ ਚੰਗਾ ਕਿਉਂ। ਇਸ ਵਾਸਤੇ ਕਿ ਕਵਿਤਾ ਦੀ ਚੋਰੀ, ਮਹਾਰਾਜ ਦਸਮ ਪਾਤਸ਼ਾਹ ਕਵੀ ਦਰਬਾਰ ਲਾਉਂਦੇ ਸੀ ਨਾ, ਇੱਕ ਨੇ ਕੀ ਕੀਤਾ, ਲੱਠੇ ਦਾ ਚੌੜਾ ਜਿਹਾ ਪਜਾਮਾ ਬਣਾ ਲਿਆ, ਗਰਾਰਾ ਜਿਹਾ ਚਿੱਟਾ ਸੀ, ਉਹਦੇ ਤੇ ਕਵਿਤਾ ਲਿਖ ਕੇ ਕਿਸੇ ਦੀ ਲਾਇਆ। ਜਿਵੇਂ ਅੱਜ ਕੱਲ੍ਹ ਇਮਤਿਹਾਨ ਦੇਣ ਬੱਚੇ ਵੀ ਚੋਰੀ ਕਰਦੇ ਨਾ, ਕਿਤਾਬਾਂ ਰੱਖ ਲੈਂਦੇ, ਨਕਲ ਮਾਰਦੇ, ਇਹ ਵੀ ਚੋਰੀ ਹੈ। ਜਿਹੜਾ ਚੋਰੀ ਨਾ ਪੇਪਰ ਲਿਖ ਕੇ ਆਇਆ ਤੂੰ ਕਿੱਡਾ ਕੁ ਵਿਦਵਾਨ ਬਣੂਗਾ, ਉਹ ਡਾਕਟਰ ਬਣ ਕੇ ਕੀ ਲੋਕਾਂ ਦੇ ਪਾਰ ਕਰਿਆ, ਜਦ ਆਪਣਾ ਦਿਮਾਗ ਹੀ ਹੈ ਨਹੀਂ। ਬਹੁਤ ਤਰ੍ਹਾਂ ਦੀ ਚੋਰੀ। ਇਸ ਵਾਸਤੇ ਉਹ ਸਾਧ ਸੰਗਤ ਜਿਸ ਵੇਲੇ ਐਸਾ ਹੋਇਆ, ਮਹਾਰਾਜ ਜਾਣੇ ਜਾਣ। ਉਹ ਪੱਟਾਂ 'ਤੇ ਲਿਖਿਆ, ਮਹਾਰਾਜ ਕਹਿੰਦੇ ਪਹਿਲਾਂ ਵੀ ਦਾ ਦਹੀਂ ਨਾਲ ਇਸ਼ਨਾਨ ਕਰਾਓ, ਮਹਾਰਾਜ ਜਾਣੇ ਜਾਣ। ਹੁਣ ਇਸ਼ਨਾਨ ਤੋਂ ਡਰੇ, ਜਿਹੜੇ ਇਸ਼ਨਾਨ ਕਰਿਆ ਫਿਰ ਕੁਰਕੁਰ ਮਿਟ ਜਾਣੇ, ਕੱਪੜਿਆਂ 'ਚ ਪਤਾ ਲੱਗ ਜਾਣਾ। ਤੇ ਹੁਣ ਮਹਾਰਾਜ ਕੋਲ ਲੁਕੋ ਕਿੱਥੇ ਕਰਨਾ ਸੀ। ਮਹਾਰਾਜ ਕਹਿਣ ਲੱਗੇ, ਕਹਿੰਦੇ ਉਹ ਕਾਲਕ ਦੀ ਚੋਰੀ ਕੀਤੀ, ਕਾਲਕ ਦੀ ਸਿਆਹੀ ਦੀ ਚੋਰੀ ਕੀਤੀ, ਉਵੇਂ ਸਿੱਧਾ ਹੋ ਕੇ ਆ ਜਾਂਦਾ। ਕਿ ਗੁਰੂ ਨਾਨਕ ਦੇ ਘਰ ਕਿੰਨੇ ਆਉਂਦੇ ਆ, ਕੋਈ ਖਾਲੀ ਜਾਂਦਾ ਨਹੀਂ, ਚੋਰੀਆਂ ਜੁਦੀਆਂ ਕਰ। ਇੱਕ ਮਾਲ ਦੀ ਚੋਰੀ, ਜੇ ਤਾਂ ਹੋਵੇ ਨਾ ਪੁਲਿਸ ਵਾਲੇ ਚੰਗੇ ਫਿਰ ਕਢਾ ਲੈਂਦੇ ਆ, ਤੇ ਜੇ ਫਿਰ ਚੋਰ ਕੁੱਤੀ ਰਲ ਜਾਏ ਫਿਰ ਤਾਂ ਬੜਾ ਔਖਾ ਹੋ ਜਾਂਦਾ। ਆਦਮਪੁਰ ਉੱਥੇ ਸੰਤ ਸੇ ਜੈਸਦਾਰ ਅਜਨੂਹਾ ਹੋਏ, ਉਹਨਾਂ ਦੇ ਭਰਾ ਨਿਰਮਲੇ ਸੰਤ, ਉੱਥੇ ਪ੍ਰੇਮੀ ਆਏ, ਉਹਨਾਂ ਦਾ ਜਵਾਈ ਸੀ ਥਾਣੇਦਾਰ। ਕਹਿੰਦੇ ਮਹਾਰਾਜ ਘੋੜੀ ਚੋਰੀ ਹੋ ਗਈ। ਉਹ ਥਾਣੇਦਾਰ ਕਹਿੰਦਾ ਸੁਣਾਓ। ਕਹਿੰਦੇ ਸੁਣਾਉਣਾ ਕੀ ਹੈ, ਤੂੰ ਥਾਣੇਦਾਰ ਹੈ, ਸਾਡੀ ਘੋੜੀ ਚੋਰੀ ਹੋ ਗਈ। ਉਹ ਬੰਦਾ ਫਿਰ ਹੋ ਜਿਹਾ ਸੀ, ਸ਼ਾਮ ਨੂੰ ਰਾਜਸਥਾਨ ਤੋਂ ਘੋੜੀ ਜਾ ਫੜੀ। ਜੇ ਕਰਨਾ ਹੋਵੇ ਇਹਨੂੰ ਪਤਾ ਹੁੰਦਾ, ਨਾ ਕਰਨਾ ਹੋਵੇ ਫੇਰ। ਇਸ ਤਰ੍ਹਾਂ ਮਾਲ ਦੀ ਵੀ ਚੋਰੀ। ਬਿਧੀ ਚੰਦ ਜੀ ਜਿਹੜੇ ਮਾਲ ਦੇ ਚੋਰ ਸੀ, ਉਹਨਾਂ ਦੀ ਸੁਸਾਇਟੀ 'ਚ ਪੈ ਗਏ। ਕਈ ਵਾਰੀ ਬੰਦਾ ਆਪ ਚੋਰ ਨਹੀਂ ਹੁੰਦਾ, ਸੁਸਾਇਟੀ ਪ੍ਰੇਰ ਕੇ ਲੈ ਜਾਂਦੀ। ਸੁਸਾਇਟੀ ਇਹਨੂੰ ਇੱਕ ਸੰਗਤ ਕਹਿ ਦਿਓ। ਇੱਕ ਸੰਗਤ ਆ ਜਿਹੜੇ ਲੋਕਾਂ ਦਾ ਇਕੱਠ, ਇੱਕ ਸਤ ਸੰਗਤ ਆ ਜਿੱਥੇ ਸਤ ਦੀ ਵਿਚਾਰ ਹੁੰਦੀ। ਸਤ ਸੰਗਤ ਐਸੀ ਜਾਣੀ ਜਿੱਥੇ ਏਕੋ ਨਾਮ ਬਖਾਣੀਐ, ਏਕੋ ਨਾਮ ਹੁਕਮ ਹੈ, ਸਤਿਗੁਰ ਦੀਆ ਬੁਝਾਏ ਜੀ। ਸਤ ਸੰਗਤ ਦੀ ਮਹਿਮਾ ਮਹਾਰਾਜ ਨੇ ਕੀਤੀ ਹੈ। ਸੰਗਤ ਤਾਂ ਲੋਕਾਂ ਦੇ ਇਕੱਠ ਹੈ, ਆ ਰਾਜਨੀਤਿਕ ਲੋਕ ਬੜੇ ਇਕੱਠ ਕਰੀ ਫਿਰਦੇ, ਆ ਮਜਮੇ ਲਾਉਂਦੇ ਆ,
ਸਾਡੇ ਕੌਣ ਆ ਰੇਡੀਓ ਸਿੰਗਰ ਸਿੰਗਰਾਣੀਆਂ ਬੜੇ ਇਕੱਠ ਹੁੰਦੇ ਆ, ਕਿੰਨਾ ਗੰਦ ਪਿੱਲ ਵਗਦੇ ਆ ਨਕਲਾਂ ਵਾਲਿਆਂ ਦਾ, ਡਾਂਸ ਵਾਲਿਆਂ ਦਾ, ਭੰਗੜੇ ਵਾਲਿਆਂ ਦਾ, ਮਜਮੇ ਲਾਉਂਦੇ, ਬੜੇ ਇਕੱਠ ਹੁੰਦੇ ਦੁਨੀਆ 'ਤੇ। ਇਹ ਇਕੱਠਾਂ ਦੇ ਵਿੱਚ ਧੂੜ ਪਕਣੇ, ਮੇਲਿਆਂ ਮਸਾਵਿਆਂ 'ਚ ਚੋਰੀਆਂ ਬਦਮਾਸ਼ੀਆਂ, ਬੜੇ ਗੰਦੇ ਰਿਜ਼ਲਟ ਨਿਕਲਦੇ। ਪਰ ਜਿਹੜੀ ਸਤ ਸੰਗਤ, ਜਿੱਥੇ ਨਾਮ ਬਾਣੀ ਦਾ ਅਭਿਆਸ ਹੋ, ਸੰਗਤ ਲੋਕਾਂ ਦੇ ਬਹੁਤੇ ਇਕੱਠ ਦਾ ਨਾਂ ਨਹੀਂ। ਭਾਈ ਗੁਰਦਾਸ ਕਹਿੰਦੇ ਇੱਕ ਸਿੱਖ, ਇੱਕ ਹੋਵੇ ਨਾ ਗੁਰਮਤ ਵਾਲਾ, ਉਹਨੂੰ ਸਿੱਖ ਕਹਿੰਦੇ, ਜਿਹਨੂੰ ਗੁਰੂ ਦੀ ਸਿੱਖਿਆ ਤਾਂ। ਜੇ ਦੋ ਸਿੱਖ ਇਕੱਠੇ ਹੋ ਗਏ, ਭਾਈ ਗੁਰਦਾਸ ਕਹਿੰਦੇ ਸਾਧ ਸੰਗਤ। ਜੇ ਪੰਜ ਗੁਰਸਿੱਖ ਇਕੱਠੇ ਹੋ ਗਏ, ਪੰਜੀ ਪਰਮੇਸ਼ਰ। ਉੱਥੇ ਆਪ ਗੁਰੂ ਨਾਨਕ ਸਾਹਿਬ ਵਿੱਚ ਹਾਜ਼ਰ ਹੁੰਦੇ। ਪਰ ਪੰਜ ਸਿੱਖ ਹੋਣ, ਫਾਰਮੈਲਿਟੀ ਨਾ ਹੋਵੇ। ਪੰਜ ਸਿੱਖ, ਭਾਈ ਦਇਆ ਸਿੰਘ, ਧਰਮ ਸਿੰਘ, ਮੁਕਮ ਸਿੰਘ, ਹਿੰਮਤ ਸਿੰਘ ਤੇ ਸਾਹਿਬ ਸਿੰਘ ਵਰਗੇ, ਉੱਥੇ ਆਪ ਮਹਾਰਾਜ ਪ੍ਰਗਟ ਹੁੰਦੇ, ਖੁਦ ਪਰਮੇਸ਼ਰ। ਇੱਕ ਸਿੱਖ, ਦੋਏ ਸਾਧ ਸੰਗਤ, ਪੰਜੀ ਪਰਮੇਸ਼ਰ। ਦੇਖੋ ਲੈ, ਦੋ ਪੰਗਤੀਆਂ 'ਚ ਭਾਈ ਗੁਰਦਾਸ ਸਾਹਿਬ ਕੁਝੇ 'ਚ ਸਮੁੰਦਰ ਬੰਦ ਕਰ ਗਏ। ਇਹਨੂੰ ਬੇਦਬਤਾ ਕਹਿੰਦੇ। ਐਡੀ ਵੱਡੀ ਗੱਲ ਕਰ ਗਏ ਭਾਈ ਸਾਹਿਬ, ਭਾਈ ਗੁਰਦਾਸ ਸਾਹਿਬ। ਉਸ ਸੋਸਾਇਟੀ 'ਚ ਪੈ ਗਏ, ਮੱਝਾਂ ਲੈ ਗਏ, ਦਰਿਆ ਟੱਪ ਗਏ ਨੇ ਇੱਧਰ ਸੁਲਤਾਨਪੁਰ ਦੇ ਇਲਾਕੇ। ਉਹ ਹੁਣ ਜਿਹਨਾਂ ਦੀਆਂ ਮੱਝਾਂ ਗਈਆਂ ਸੀ, ਉਹ ਜੱਟਾਂ ਨੇ ਵੀ ਡਾਂਗਾਂ ਫੜ ਲਈਆਂ, ਦਰਿਆ ਪਾਰ ਕੀਤਾ। ਅੱਗੇ ਭਾਈ ਅਦਲੀ ਜੀ ਹੋਏ, ਜਿਹੜੇ ਭਾਈ ਭਗੀਰਥ ਜੀ ਹੋਏ ਨਾ ਮਲਸੀਆਂ ਦੇ, ਉਹ ਕਾਲੀ ਦੇਵੀ ਦੇ ਉਪਾਸ਼ਕ ਸੀ। ਕਾਲੀ ਦੇਵੀ ਜਿਹਦੀ ਪੂਜਾ ਕਰਦੇ ਆ, ਇੱਕ ਦਿਨ ਕੋਈ ਪ੍ਰਗਟ ਵੀ ਹੋ ਜਾਂਦਾ। ਦੇਵੀ ਪ੍ਰਗਟ ਹੋ ਗਈ, ਕਹਿੰਦੇ ਭਗਤਾ ਕੀ ਚਾਹੁੰਦਾ? ਕਹਿੰਦੇ ਮਾਤਾ ਜੀ ਮੁਕਤੀ। ਕਹਿੰਦੇ ਮੈਂ ਮਾਇਆ ਪਦਾਰਥ ਦੇ ਸਕਦੀ ਹਾਂ। ਕਹਿੰਦੇ ਮੁਕਤੀ, ਜਿਹੜਾ ਚੰਗਾ ਟੀਚਰ ਆ ਨਾ, ਉਹ ਕਹਿ ਦੂਗਾ ਮੈਂ ਇੰਨਾ ਹੀ ਕਰ ਸਕਦਾ, ਤੂੰ ਹੁਣ ਫਲਾਣੇ ਕੋਲ ਚੱਲ। ਜਿਹੜਾ ਉਹੋ ਜਿਹਾ ਹੋਊਗਾ ਵਿਚਾਲੇ ਨੂੰ ਲਟਕਾਏ ਜਾਊ। ਮਾੜਾ ਡਾਕਟਰ ਹਕੀਮ ਵੀ ਜ਼ਿੰਦਗੀ ਗਾਲ ਦਿੰਦਾ। ਜਿਹੜਾ ਸਿਆਣਾ ਹੋਊਗਾ ਵੀ ਮੈਂ ਤਾਂ ਇੰਨਾ ਹੀ ਕਰ ਸਕਦਾ, ਤੂੰ ਫਲਾਣੇ ਡਾਕਟਰ ਕੋਲ ਚੱਲ। ਜਿਹੜਾ ਸਿਆਣਾ ਉਹ ਰਾਏ ਚੰਗੀ ਦਊਗਾ। ਇਸ ਤਰ੍ਹਾਂ ਜਿਹੜਾ ਚੰਗਾ ਸੰਤ ਆ ਉਹਦਾ ਵੀ ਜੇ ਉਹੋ ਜਿਹਾ ਹੋਇਆ ਵੀ ਹੁਣ ਅੜ ਕੇ ਆਇਆ ਲੁੱਟੀ ਚਲੋ। ਬਹੁਤ ਇਹੋ ਜਿਹਾ ਹੀ ਹੈ। ਅੰਧਾ ਆਗੂ ਜੇਤੀਆ ਸਭ ਸਾਥ ਮੁਹਾਵੈ, ਅੰਧਾ ਕੂ ਅੰਧੇ ਠੇਲੇ, ਉਹ ਸਾਧ ਸੰਗਤ ਜੀ ਨੂੰ। ਤੇ ਕਹਿੰਦੇ ਸੁਲਤਾਨਪੁਰ ਚੱਲ ਜਾ, ਹਟਸਰ ਉਹਦੀ ਖਾਨਾ ਕਰਦੇ। ਉਹਨੇ ਲੀਲਾ ਜੀ ਇੱਕ ਬਣਾਈ ਹੋਈ ਹੈ, ਮਹਾਰਾਜ ਆਪ ਆ ਗਏ, ਜਿੱਥੇ ਆ ਗਿਆ ਮਹਾਰਾਜ ਜਾਣੀ ਜਾਣ। ਕਹਿੰਦੇ ਸੁਣਾ ਦੇਵੀ ਦਿਆ ਚੇਲਿਆ ਭਗੀਰਥਾ ਮਿਲ ਗਈ ਮੁਕਤੀ। ਕਹਿੰਦੇ ਮਹਾਰਾਜ ਮੁਕਤੀ ਮਿਲਦੀ ਤੇ ਇੱਥੇ ਆਉਂਦਾ ਹੀ ਕਿਉਂ? ਦੇਵੀ ਨੇ ਭੇਜਿਆ ਇੱਥੇ। ਬਸ ਮਹਾਰਾਜ ਫਿਰ ਕਿਰਪਾ ਕਰਤੀ, ਸੇਵਾ ਬਖਸ਼ਤੀ। ਸਾਡੇ ਇਸ਼ਨਾਨ ਜਦੋਂ ਕਰਦੇ ਨੇ 1 ਵਜੇ ਪੂਰੇ ਹਾਜ਼ਰ ਹੋਣਾ ਤੇ ਦਾਤਣ ਲੈ ਕੇ ਆਉਣਾ। ਕਦੀ ਬਲਾਹ ਦੀ, ਕਦੀ ਟਾਹਲੀ ਦੀ, ਕਦੀ ਨਿੰਮ ਦੀ। 12 ਸਾਲ ਦੇ ਲਗਾਤਾਰ ਹੈ ਦਾਤਣ ਦੀ ਸੇਵਾ। ਨਾਗਾ ਨਹੀਂ ਪਾ, ਮੀਂਹ ਜਾਏ, ਹਨੇਰੀ ਜਾਏ, ਚੱਕੜ ਚੁੱਲੇ। ਹੁਣ ਅੱਜ ਕੱਲ੍ਹ ਤਾਂ GT ਰੋਡਾਂ ਸਾਧਨ ਬੜੇ ਆ। ਉਦੋਂ ਜੰਗਲਾਤ ਵੀ ਹੁੰਦੇ ਸੀ, ਚੋਰੀਆਂ ਚਕਾਰੀਆਂ ਡਕੈਤੀਆਂ ਬੜੀਆਂ ਹੁੰਦੀਆਂ ਸੀ, ਮੁਗਲਾਂ ਦਾ ਰਾਜ, ਬੜਾ ਕੁਛ। ਪਰ ਹੁਣ ਪਰਵਾਹ ਨਹੀਂ ਕੀਤੀ। ਸੱਪਾਂ ਬਾੜ ਸਮੁੰਦ ਘਰ, ਸ਼ੇਰਾਂ ਪੈ ਬੁਕਣ, ਜੇ ਜੰਮ ਹੋਵੇ ਪਾਹਰੂ, ਪ੍ਰੇਮੀ ਕਦੇ ਨਾ ਰੁਕਣ। ਪ੍ਰੇਮੀ ਨਹੀਂ ਰੁਕਦੇ, ਫਿਰ ਉਹ ਨਹੀਂ ਪਰਵਾਹ ਕਰਦੇ। ਚੱਕੜ ਜਾਂਗੀ ਮੀਂਹ ਬਰਸੈ ਪੀ ਗੁਰ, ਦੇਖਣ ਜਾਈ। ਅੱਜ ਕੱਲ੍ਹ ਤਾਂ ਕਾਰਾਂ ਸਾਡੀਆਂ, ਕਾਰ 'ਚ ਪੈਰ ਰੱਖਣਾ ਤੇ ਉੱਥੇ ਆ ਕੇ ਪੈਰ ਕੱਢ ਲੈਣਾ, ਇਹ ਵੀ ਬੜਾ ਔਖਾ। ਪਰ ਉਹ ਪ੍ਰੇਮੀ ਦੀਆਂ ਗੱਲਾਂ ਗਾਂਦੀਆਂ ਜੀ। 12 ਸਾਲ ਸੇਵਾ ਕੀਤੀ। ਇੱਕ ਦਿਨ ਦਾਤਣ ਕਿਤੇ ਬੇਰੀ ਦੀ ਮਿਲੀ। ਕਹਿੰਦੇ ਮਹਾਰਾਜ ਸੱਚੇ ਪਾਤਸ਼ਾਹ ਦਾਤਣ ਭਗੀਰਥਾ। ਕਹਿੰਦੇ ਮਹਾਰਾਜ ਬੇਰੀ ਦੀ। ਮਹਾਰਾਜ ਹੱਸ
ਦਾਤਨ ਕਾ ਗੜਤੀ ਕਹਿੰਦੇ ਲੈ ਆਖਰੀ ਵੇਲੇ ਸੇਵਾ ਪ੍ਰਵਾਨ ਹੋ ਗਈ। ਉਹ ਤੋਂ ਬੇਰ ਸਾਹਿਬ ਬਣੀ ਹੋਈ ਹੈ, ਉਹਦੇ ਨਾਂ ਤੇ ਗੁਰਦੁਆਰੇ ਦਾ ਸ਼੍ਰੀ ਬੇਰ ਸਾਹਿਬ ਨਾ ਉਹ ਮਹਾਰਾਜ ਦਾਤਣ ਕਰਕੇ ਲਾਏ, ਦਾਤਣ ਕਰਕੇ। ਡੇਰੀਆਂ ਤਾਂ ਹੋਰ ਵੀ ਬਹੁਤ ਹੈ, ਪਰ ਉਹ ਮਹਾਰਾਜ ਨੇ ਕਿਰਪਾ ਕੀਤੀ, ਆਪਣੇ ਮੁਖਾਰਬਿੰਦ ਨੇ ਬਖਸ਼ਿਸ਼ ਆਪਣੇ ਹੱਥੀਂ ਗੱਡੀ। ਉਹ ਭਾਈ ਭਗੀਰਥ ਜਿਹੜਾ ਨਾ, ਇਹ ਨਿਰਮਲਿਆਂ ਦੀ ਉਜੂਦਿਆ ਵਾਲੀ ਸੰਪਰਦਾ ਵੱਜਦੀ ਹੈ। ਇਹਦੇ ਵਿੱਚ ਭਾਈ ਅਦਲੀ ਜੀ ਹੋਏ, ਨਿਰਮਲੇ ਸੰਤ ਸੀ ਭਾਈ ਅਦਲੀ ਜੀ, ਜਿਹੜੇ ਦਰਿਆ ਤੋਂ ਪਾਰ ਰਹਿੰਦੇ ਸੀ। ਉੱਥੇ ਚਲੇ ਗਿਆ ਮਹਾਰਾਜ, ਮਗਰ ਤਾਂ ਆ ਰਿਹਾ ਡਾਂਗਾਂ ਬਰਛਿਆਂ ਵਾਲੇ। ਇੱਕ ਸੰਗ 'ਚ ਪੈ ਗਿਆ, ਕਿਰਪਾ ਕਰੋ, ਮਾਫ ਕਰੋ, ਪਿਛਲੇ ਔਗਣ ਬਖਸ਼ ਲੈ, ਪ੍ਰਭ ਆਗੈ ਮਾਰਗ ਪਾਵੈ। ਪਰ ਭਾਵਨਾ ਅੰਦਰ ਬਣ ਜਾਏ, ਜਿਵੇਂ ਰਵਿਦਾਸ ਦੀ ਹੈ, ਸਵਤ ਅਪਰਾਧ ਕਰਤ ਹੈ ਜੇਤੇ, ਜਨਨੀ ਚੀਤਨਾ ਰਾਖਸ ਤੇਤੇ, ਰਾਮਈਆ ਹਮ ਬਾਰਕ ਤੇਰਾ, ਕਾਹੇ ਨ ਖੰਡ ਸਭ ਗੁਣ ਮੇਰਾ, ਜੇ ਅਤ ਕ੍ਰੋਧ ਕਰੇਗਾ ਤਾਇਆ, ਤਾਂ ਪੀ ਚੀਤਨਾ ਰਾਖਸ ਮਾਇਆ, ਚਿੰਤ ਭਵਨ ਮਨ ਪਰਿਓ ਹਮਾਰਾ, ਨਾਮ ਬਿਨਾ ਕੈਸੇ ਉਤਰਸ ਪਾਰਾ, ਦੇਹ ਬਿਮਲ ਮਤ ਸਦਾ ਸਰੀਰਾ, ਸਹਿਜ ਸਹਿਜ ਗੁਣ ਰਮੇ ਕਬੀਰਾ। ਉੱਥੇ ਸਰੋਵਰ ਸੀ, ਕਹਿੰਦੇ ਬਾੜ ਦੇ ਮੀਆਂ ਸੀ, ਉਹ ਪੈੜ ਨੱਪਦੇ ਆ ਗਏ। ਖੋਜੀ ਵੀ ਬੜੇ ਆ, ਫੜ ਲੈਂਦੇ ਖੋਜ, ਕਿ ਖੋਜ ਇੱਥੇ ਆਈ, ਕਿ ਗਾਹਾਂ ਜਾਂਦੀ ਨਹੀਂ। ਸੰਤਾਂ ਨੂੰ ਕਹਿੰਦੇ ਮਹਾਰਾਜ ਪੈੜ ਇੱਥੇ ਆਈ ਹੈ ਚੋਰ ਬਾਰੇ। ਉਹ ਕਹਿੰਦੇ ਵੀ ਆ ਕਥਾ ਕਰ ਰਹੇ ਸੀ ਮਹਾਂਪੁਰਖ, ਆ ਸੰਗਤ ਕਥਾ ਸੁਣ ਰਹੀ ਹੈ ਤੇ ਦੇਖ ਲੈ। ਉਹ ਕਹਿੰਦੇ ਮਹਾਰਾਜ ਹੈ ਤਾਂ ਗੱਲ ਸਹੀ, ਆਪ ਜੀ ਕਥਾ ਕਰਦੇ ਮਹਾਂਪੁਰਖ ਹੈ, ਤੁਹਾਡੀ ਮਹਿਮਾ ਸਾਰੇ ਜਾਣਦੇ ਆ, ਸੰਗਤ ਆਪ ਦਾ ਬੜਾ ਪ੍ਰਭਾਵ ਆ। ਕਹਿੰਦੇ ਆ ਮੱਝਾਂ ਦੇਖ ਲਾ ਬੜੀਆਂ। ਉਹ ਮਹਾਂਪੁਰਖ ਦੀ ਦ੍ਰਿਸ਼ਟੀ ਐਸੀ ਹੋਈ, ਉਹਨਾਂ ਦੇ ਰੂਪ ਰੰਗ ਬਦਲ, ਜਿਹੜੀ ਪੂਰੀ ਕਾਲੀ ਕਾਲੇ ਪੰਜ ਕਲਿਆਣੇ, ਕੁੰਡੀ ਛੇਪਰੀ ਚੰਗਾਉਣ ਲਈ। ਉਹ ਪਛਾਣੇ, ਕਹਿੰਦੇ ਸਾਡੀ ਤਾਂ ਨਹੀਂ ਕੋਈ ਨਹੀਂ। ਉਹਦੇ ਵਿਚਾਰੇ ਚਲੇ ਗਏ। ਜਿਹੜਾ ਜੱਟ ਹੁੰਦਾ ਮਾਲ ਦਾ ਮਾਰਿਆ ਨਹੀਂ ਉੱਠਦਾ। ਅੱਜ ਕੱਲ੍ਹ ਮੱਝਾਂ ਵੀ ਲੱਖ ਲੱਖ ਰੁਪਏ ਦੀਆਂ ਵਧੀਆ, ਜੇ ਹੁਣ ਅਗਲੇ 5 ਮੱਝਾਂ ਚੱਲ ਗਈਆਂ ਤੇ ਰਗੜਾ ਲੱਗ ਗਿਆ ਕਿ ਨਹੀਂ? ਦੁੱਧ ਮਲਾਈਆਂ ਖਾਣਾ ਉਹ ਵੀ ਬੰਦ ਹੋ ਗਿਆ, ਸਾਰਾ ਕੁਛ, ਸਾਰੀ ਸੇਵਾ ਤੇ ਮੈਂ ਹੀ ਕਿਵੇਂ ਚਲੇ ਉਹ ਮੋੜਨ ਲੱਗੇ ਨੂੰ, ਕਹਿੰਦੇ ਆ ਜਾਓ ਗੁਰਮੁਖ ਭਜਾਵਨ, ਕਥਾ ਸੁਣ ਲਓ, ਭੋਗ ਪਏਗਾ, ਅਰਦਾਸ ਹੋਏਗੀ, ਲੰਗਰ ਪਾਣੀ ਛਕ ਕੇ, ਜਲ ਪਾਣੀ ਪ੍ਰਸ਼ਾਦ ਲੈ ਕੇ, ਆਸ਼ੀਰਵਾਦ ਲੈ ਕੇ ਮਹਾਂਪੁਰਖ ਕਹਿੰਦੇ। ਉਹਨਾਂ ਦਾ ਹੁਣ ਦਿਲ ਕਿੱਥੇ ਤੇਜੇ, ਇਹਨਾਂ ਦਾ ਮਾਲ ਚੋਰੀ ਸੀ। ਕਹਿੰਦੇ ਘਬਰਾਓ, ਭੋਗ ਜਿਹੜੇ ਪੈ ਗਿਆ। ਉਹ ਕਹਿੰਦੇ ਮੱਝਾਂ ਤੁਹਾਡੀਆਂ। ਉਹਨੇ ਦ੍ਰਿਸ਼ਟੀ ਕੀਤੀ, ਉਹੀ ਰੂਪ ਹੋ ਗਿਆ, ਮੱਝਾਂ ਲੈ ਜਾਓ। ਮਹਾਂਪੁਰਖਾਂ ਦੇ ਦਰ ਤੋਂ ਕਦੀ ਵੀ ਕੋਈ ਖਾਲੀ ਨਹੀਂ ਜਾਂਦਾ ਹੁੰਦਾ। ਜੇ ਨਿਰਾਸੇ ਚਲੇ ਗਏ ਤਾਂ ਫਿਰ ਸੰਤ ਕੋਈ ਜਾਗਤ ਕਾਹਦਾ ਗਾ? ਇਹ ਗਿਆਨੀ ਸੁਣਾਉਂਦੇ ਨਹੀਂ ਜਿੰਨੇ ਸੁਣਾਉਂਦੇ। ਕਹਿੰਦੇ ਤੁਹਾਡਾ ਚੋਰ ਆ ਬੈਠਾ, ਹੁਣ ਇਹ ਚੋਰ ਨਹੀਂ ਰਿਹਾ, ਚੋਰ ਸੀ ਜਦੋਂ ਮੱਝਾਂ ਚੋਰੀ ਕੀਤੀ। ਹੁਣ ਇਹ ਸੰਗਤ ਦੀ ਓਟ ਲੈ ਲਈ ਆ। ਸੰਗਤ ਦੀ ਓਟ ਲੈਣ ਨਾ ਮੱਝਾਂ ਦੇ ਵੀ ਰੰਗ ਰੂਪ ਬਦਲ ਗਿਆ, ਮੁੜ ਕੇ ਉਸ ਰੂਪ 'ਚ ਆ ਗਈਆਂ, ਇਹ ਵੀ ਬਦਲ ਗਿਆ। ਗੱਜ ਕੇ ਬੋਲੋ, ਇਹ ਵੀ ਬਦਲ ਗਿਆ। ਹੁਣ ਇਹ ਉਹ ਨਹੀਂ ਰਿਹਾ। ਤੇ ਸਾਰਿਆਂ ਦੀ ਤਸੱਲੀ ਕਰਾਤੀ, ਉਹਦੀ ਚੋਰੀ ਛਡਾਤੀ, ਉਹਨਾਂ ਨੇ ਮੱਝਾਂ ਵਾਪਸ ਭੇਜ ਦਿੱਤੀਆਂ। ਤੇ ਜੇ ਹੁਣ ਮੱਝਾਂ ਇੱਥੇ ਗਾਹਾਂ ਦੱਸਦੇ ਨਹੀਂ ਕਿ ਮੱਝਾਂ ਉੱਥੇ ਬਾੜੀਆਂ, ਮੱਝਾਂ ਕਿੱਥੇ ਗਈਆਂ? ਉਹ ਸੰਤ ਨੇ ਦ੍ਰਿਸ਼ਟੀ ਕਰਕੇ ਮੱਝਾਂ ਵਾਲਿਆਂ ਨੂੰ ਮੱਝਾਂ ਵੀ ਦਵਾਤੀਆਂ ਤੇ ਵਿਧੀ ਚੰਦ ਦਾ ਜੀਵਨ ਵੀ ਪਲਟ ਦਿੱਤਾ ਭਾਈ ਅਦਲੀ ਜੀ ਨੇ। ਫਿਰ ਉਹ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਦੇ ਚਰਨਾਂ 'ਚ ਲਾਇਆ।
महाराज चरणों की सेवा की, फिर 6वें पातशाह चरणों की सेवा की, फिर महाराज दी बख्शां लईआं। क्योंकि कहते आ संगत करिए साध की, बंदियों करे खुदा, लोहा कंचन होता है पार संग मिले। साधु की जिहड़ी संगत है वो जीवन पलट दिंदी है। जीवन सांखिया जहर है, तो जे संतां सन्यासियों को आ जाए उन्होंने अमृत बना दे। मूर्ख मारूगा ਉਹਦਾ ਨੁਕਸ਼ਾ बना के रोग दूर करदा। सांखिया ਉਹੀ है, ਇਨਸਾਨ ਉਹੀ ਹੁੰਦਾ, ਚੋਰ ਆ, ਜਾ ਰਿਹਾ, ਜਵਾਰ ਆ, ਬਦਮਾਸ਼ ਆ, ਡਾਕੂ ਆ, ਬਦਫੈਲੀ ਕਰਨ ਵਾਲਾ ਕੋਈ ਵੀ ਹੈ। ਜੇ ਸਹੀ ਮੈਨੇ ਸ਼ਾਂਤੀ ਸੰਗਤ ਆ ਜਾਏ ਨਾ, ਉਹਦਾ ਜੀਵਨ ਪਲਟ ਗਿਆ। ਤੇ ਜੀਵਨ ਨਹੀਂ ਪਲਟਿਆ, ਜੇ ਉਹਨੇ ਬਚਨ ਨਹੀਂ ਮੰਨਿਆ ਜਾਂ ਉਹਦੇ 'ਚ ਕਮਜ਼ੋਰੀ ਹੈ, ਜੀਵਨ पलट ਦਿੰਦੇ। अमृत बचन की बृष्ट कर, कृपा दृष्ट के साथ, भूप अपै विचरत पयो, बिरथा न साध मला। पर साधु मिल जाए, बाणा ही ना होवे, कला बाणा ही पाई फिरदा, पूरा साधु, ਉਹਦਾ ਮਲਾਪ कदी व्यर्थ नहीं जाता। जीवन बदल दिंदा, पलट दिंदा जीवन पलट दिंदे। भरतरी जी कहते हैं अमृत बचन की बृष्ट कर। राजा सी वो साधु होया भरतरी, कहते अमृत रूपी बचना की बृष्टि वर्षा करके, जेडे महापुरख इंद्रदंड भी वर्षा करदा, ये भी सर सब महापुरख अमृत रूपी बचना की वर्षा करते, जिन्हों के हिरदे कलर भूमि वर्गे खुश्क हो चुके, उत्थे अमृत बचन की बृष्टि करके तरो ताज़ा करके उत्थे शुभ गुणों के कबल खिड़ जाते। हिरदियां दे विच शुभ गुण, अमृत बचन की बृष्ट कर, कृपा दृष्ट के साथ, नाल कृपा दृष्टि कर देंदे। भूप पै विचरत पै, बड़े बड़े जालम राजे, बिरथा न साध मिलाप, साध का मिलाप व्यर्थ नहीं जाता। धन गुरु नानक पातशाह कारू 40 गंज जोड़े ना रखियो ईमान, किते माया नहीं रहन दिती। फिर उन्हें ऐलान करता, जिहड़ा मैनू 1 रुपया देवे ना चांदी का, ਉਹਨੂੰ मैं अपनी कुड़ी का डोला दूँ। डोंडी फरात बुनियादी करात। एक बेचारी विधवा माता बुढ़ी, ਉਹਦਾ पुत गरीबी ने बेचारे गुजारा कर, वो कहता माता जी बादशाह ने अनाउंसमेंट कराई है, डोंडी पिटाई है, नियादी कराई है, 1 रुपया चांदी का जिहड़ा लिया देवे अपनी लड़की का डोला दो। माई कहती काका तू ये राजनीतिक बंदे ने गल्लां सुन, इन्हां दी कोई जबान हुंदी है, इत्थे कुछ उत्थे कुछ करदे, इन्हां ते नहीं बहुता यकीन करीदा हुंदा। वो धर्मी राजे बिरले सी, महाराजा इश्क बाकू फिरथू वर्गे जो वचन कढ़दे ही पूरा करते। महाराजा रामचंद्र ने राज किया धर्म का। महाराजा दलीप बड़बड़े हुए, महाराजा विक्रमाजीत भोज वर्गे, महाराजा रणजीत सिंह ऐसे हुए है बिरले। कहते इहदा यकीन कित्थों कर जिहड़ा हर वेले हेरा फेरी। असीं नहीं, माता किरपा। कुछ ले खैड़े पै गया, वो कहते हुण रुपया उन्होंने छड्डिया ही नहीं, किस रुपया नहीं रहने दिता किसी को ना। अज जिवें हुण सकंजा लाई जाते हैं, कारू वाला काम फड़िया है ना लोगों ने, किते रहन नहीं देना किसी को कुछ। वो साध संगत जिले ऐसा होया कोई मैं मरदा, जिले ना हटिया वो कहते होर तां है नहीं, जिले तेरा मरिया प्यो मरिया सी ਉਹਦੇ ਮੂੰਹ ਦੇ ਵਿੱਚ 1 ਰੁਪਇਆ ਪਾ ਕੇ ਦੱਬਿਆ ਸੀ। ਹੁਣ ਉਹਦੀ ਉਹ ਬਡੰਗਣੀ ਅਨਾਉਂਸਮੈਂਟ ਸੁਣ ਕੇ ਧੋਖੇ ਵਾਲੀ ਗੱਲ, ਪੇ ਦੀ ਕਬਰ ਬੋਲੀ, ਮੂੰਹ ਜੋ ਪਿਆ ਕੱਢਿਆ, ਲੈ ਗਿਆ ਲਓ ਮਹਾਰਾਜ। ਕਹਿੰਦੇ ਕੁੜੀ ਤਾਂ ਮੈਂ ਦੇਣੀ ਆ, ਇਹ 10 ਰੁਪਇਆ ਲਿਆਇਆ ਕਿੱਥੋਂ, ਮੈਂ ਤਾਂ ਕਿਤੇ ਰਹਿਣ ਨਹੀਂ ਦਿੱਤਾ।
ਦੱਸਦਾ ਤਾਂ ਵੀ ਮਰਦਾ, ਨਾ ਦੱਸਦਾ ਤਾਂ ਵੀ। ਕਹਿੰਦਾ ਜਿਵੇਂ ਪੇ ਦੀ ਕਬਰ ਟੁੱਟੀ ਆ ਉਹਦੇ ਮੂੰਹ 'ਚ। ਉਹਨੇ ਕਿਹਾ ਬਾਕੀਆਂ ਨੇ ਵੀ ਆਪਣੇ ਪਿਆਂ ਦੇ ਕਬਰਾਂ 'ਚ ਮੂੰਹ 'ਚ ਪਾਏ ਹੋਣੇ, ਸਾਰੀਆਂ ਕਬਰਾਂ ਪਟਾ ਸਿੱਟੀਆਂ। ਦੇਖ ਲਓ ਇਹੋ ਜਿਹਾ ਹੋਇਆ ਦੁਨੀਆ। ਧੰਨ ਗੁਰੂ ਨਾਨਕ ਪਾਤਸ਼ਾਹ ਉੱਥੇ ਗਏ ਆ, ਅੱਜ ਨਹੀਂ ਕੋਈ ਬੋਲਣ ਨੂੰ ਤਿਆਰ। ਪਰ ਮਹਾਰਾਜ ਸੱਚ ਕੀ ਬਾਣੀ ਨਾਨਕ ਆਖੈ, ਸੱਚ ਸੁਣਾਏ ਸੀ ਸੱਚ ਕੀ ਵੇਲਾ। ਸੱਚ ਬੋਲਣਾ ਬਹੁਤ ਔਖਾ। ਸਾਧ ਸੰਗਤ ਜੀ ਮਹਾਰਾਜ ਚਲਾ ਗਿਆ, ਕੁੜੀ ਦਾ ਡੋਲਾ ਕਿਉਂ ਦੇਣਾ। ਉਹ ਵਿਚਾਰਾ ਹੁਣ ਆ ਗਿਆ ਰੋਂਦਾ ਪਿੱਟਦਾ। ਮਾਂ ਕਹਿੰਦੀ ਤੈਨੂੰ ਕਾਕਾ ਕਿਹਾ ਸੀ, ਤੂੰ ਆਪਣੇ ਪੇ ਮਰਿਆ ਦੀ ਵੀ ਮਿੱਟੀ ਪਟਾਈ, ਕੀ ਖਟਿਆ। ਦੁਆਇਆਂ ਪਿਆਂ ਦੀ ਬੇਅਦਬੀ ਕਰਾਈ, ਮੁਰਦਿਆਂ ਦੀਆਂ ਕਬਰਾਂ ਫਲਾਈਆਂ। ਉਹ ਸਾਧ ਸੰਗਤ ਜੀ ਉੱਥੇ ਮਹਾਰਾਜ ਬੈਠੇ ਆ, ਗੀਟੀਆਂ ਦਾ ਢੇਰ ਲਾ। ਕਹਿੰਦੇ 3 ਦਰਵੇਸ਼ ਭਾਈ ਬਾਲਾ ਮਰਦਾਨ ਨਾਲ। ਕਹਿੰਦੇ ਕਿਵੇਂ ਆਏ। ਕਹਿੰਦੇ ਬਾਦਸ਼ਾਹ ਨੂੰ ਮਿਲਣ। ਉਹਨੂੰ ਦੱਸਿਆ ਵੀ 3 ਦਰਵੇਸ਼ ਆਏ ਆ, ਦੁਆਰਪਾਲ ਨੇ ਦਰਸ਼ਨ ਦੁਆਰ ਦੇ ਮੂਹਰੇ ਬੈਠੇ। ਕਹਿੰਦੇ ਬਾਦਸ਼ਾਹ ਨੂੰ ਮਿਲਣਾ ਮੰਨਦੇ ਹੀ ਨਹੀਂ। ਬਾਦਸ਼ਾਹ ਜਿਵੇਂ ਕੁਦਰਤੀ ਆਉਂਦਾ ਹੀ ਹੈ ਬਾਹਰ ਨੂੰ, ਸਾਰਾ ਉਹ ਠੀਕਰੀਆਂ ਰੱਖੀ। ਕਹਿਣ ਲੱਗੇ ਸੰਤ ਜੀ ਇਹ ਕੀ ਕਰਦੇ। ਕਹਿੰਦੇ ਠੀਕਰੀਆਂ ਇਕੱਠੀਆਂ ਕਰ ਰਹੇ। ਸੰਤ ਜੀ ਤੁਸੀਂ ਇਹ ਠੀਕਰੀਆਂ ਕੀ ਕਰਨੀਆਂ। ਉਹ ਹੁਣ ਹੰਕਾਰ ਸਿਖਰਾਂ ਦੇ ਰਾਜੇ ਦਾ ਮਾਇਆ ਚ ਕਮਚੂਰ ਹੋਇਆ। ਸੰਤ ਜੀ ਇਹ ਠੀਕਰੀਆਂ ਹੀ ਕਰਨੀਆਂ। ਕਹਿੰਦੇ ਜਦੋਂ ਅਸੀਂ ਸਰੀਰ ਤੇ ਆ ਕੇ ਜਾਵਾਂਗੇ ਨਾ, ਇਹ ਨਾਲ ਜਾਣਾ। ਹੱਸ ਪਿਆ ਬਹੁਤ। ਕਹਿੰਦੇ ਸੰਤ ਜੀ ਤੁਸੀਂ ਤਾਂ ਨਿਆਣੇ ਵਾਲੀਆਂ ਗੱਲਾਂ ਕਰਦੇ, ਫਿਰ ਮਰਨ ਨਾਲ ਤਾਂ ਸਰੀਰ ਵੀ ਨਹੀਂ ਜਾਂਦਾ, ਤੇ ਤੁਸੀਂ ਠੀਕਰੀਆਂ ਕਿੱਥੋਂ ਲੈ ਜਾਓਗੇ। ਮਹਾਰਾਜ ਕਹਿੰਦੇ ਜਿਹੜੇ ਤੈਂ 40 ਗੰਜ ਜੋੜੇ ਉਹ ਤੇਰੇ ਨਾਲ ਚੱਲ ਜਾਣਗੇ। ਖਾਨੇ ਹੋ ਗਈ। ਹੁਣ ਪੂਰਨ ਪੁਰਖਾਂ ਦੇ ਬਚਨ ਵਿੱਚ ਤਾਕਤ ਹੁੰਦੀ ਹੈ, ਲਚਕ ਹੁੰਦੀ ਹੈ। ਹੁਣ ਕੁੱਤੇ ਵੇਲੇ ਬੋਲੀ ਜਾਂਦੇ ਉਹਨਾਂ ਦੇ ਬਚਨ ਦਾ ਕੀ ਅਸਰ। ਕਮਾਈ ਵਾਲੇ ਜਿਹੜੇ ਉਹਨਾਂ ਦੇ ਬਚਨ ਵਿੱਚ ਬਲ ਹੁੰਦਾ। ਖਾਨੇ ਹੋ ਗਈ ਗੱਲ ਤਾਂ ਸਹੀ ਹੈ, ਪਰ ਚਰਨਾਂ ਡੇਪੇ ਮਹਾਰਾਜ ਬਖਸ਼ ਲਓ। ਉੱਥੇ ਮਹਾਰਾਜ ਨੇ ਨਸੀਹਤ ਨਾ ਮਾਚਾਰ ਜਿਹੜੇ ਪੁਰਾਣੇ ਸੁੰਦਰ ਗੁੱਟ ਕੇ ਉਹਨਾਂ 'ਚ ਮਿਲਦਾ। ਗੁਰੂ ਗ੍ਰੰਥ ਸਾਹਿਬ 'ਚ ਨਹੀਂ ਦਰਜ ਕੀਚੇ ਅਨੇਕ ਨਾਮੇ ਜੇ ਦੀਜਾ ਖੁਦਾਏ ਕਿ ਉੱਥੇ ਚਾਰ। ਉੱਥੇ ਗਿਆ ਨਾ ਹਾਕਮ ਕਾਇ ਹੁਕੂਮਤ ਨਾ ਹੋਏ, ਦੁਨੀਆ ਦਾ ਦੀਵਾਨਾ ਫਿਰੇ ਮਸਤ ਲੋਏ। ਬਸਤੀ ਜਾੜੈਂ ਫਿਰ ਨਾ ਵਸਾਵੇਂ, ਭੁੱਖੇ ਪੁਕਾਰਿਆਂ ਤੋਂ ਦਾਦ ਨਾ ਪਾਵੇਂ। ਅੰਦਰ ਮਹਿਲਾਂ ਕੇ ਤੂੰ ਬੈਠਾ ਹੈ ਜਾਏ, ਹਰਮਨ ਸੇ ਕੇਲੇ ਖੁਸ਼ਬੂ ਹੀ ਹਵਾਏ। ਉੱਥੇ ਉਪਦੇਸ਼ ਦਿੱਤਾ। ਕਿਹਦਾ ਚਾਨਣ ਡਿੱਪਿਆ। ਮਹਾਰਾਜ ਕਹਿੰਦੇ ਜਿੰਨੀ ਇਕੱਠੀ ਕੀਤੀ ਨਾ ਵੰਡ ਦੇ, ਸਭ ਖੇਤਰ ਲਾ ਦੇ, ਹਸਪਤਾਲ ਖੋਲ ਦੇ, ਵਿਦਿਆ ਦੇ ਕੇਂਦਰ ਬਣਾ ਦੇ, ਲੰਗਰ ਲਾ ਦੇ। ਇਸ ਤਰ੍ਹਾਂ ਪਤਾ ਨਹੀਂ ਕਿੰਨੇ ਕੁ ਇਹੋ ਜਿਹਾ ਰਾਜੇ ਸੀ ਜਿੱਥੇ ਜਾ ਜਾ ਕੇ ਮਹਾਰਾਜ ਨੇ ਇਹ ਸੱਚ ਦੀ ਆਵਾਜ਼ ਉਠਾਈ, ਜ਼ੁਲਮ ਕਰਨੋਂ ਹਟਾਇਆ, ਉਹਨਾਂ ਦੇ ਜੀਵਨ ਪਲਟੇ। ਤੇ ਜਿਨ੍ਹਾਂ ਨੇ ਮਹਾਰਾਜ ਤੋਂ ਬਰਕਤਾਂ ਲਈਆਂ, ਬੇਅੰਤ ਮਹਾਂਪੁਰਖ ਪੈਦਾ ਹੋਏ ਖਾਲਸਾ ਪੰਥ ਵਿੱਚ, ਉਹਨਾਂ ਦੀ ਸੰਗਤ ਕਰ ਕਰਕੇ ਇਹਨਾਂ ਦੇ ਜੀਵਨ ਬਦਲ ਗਏ, ਜੀਵਨ ਪਲਟ ਗਿਆ। ਧੰਨ ਧੰਨ ਬਾਬਾ ਕਰਮ ਸਿੰਘ ਜੀ ਮਹਾਰਾਜ ਹੋਤੀ ਮਰਦਾਨ ਵਾਲੇ। ਇੱਕ ਵਾਰੀ 12 ਪਠਾਨ ਇਕੱਠੇ ਹੋ ਆ, ਜਿਨ੍ਹਾਂ ਨੂੰ ਅੱਜ ਕੱਲ੍ਹ ਚੱਲਦਾ ਹੀ ਇਹਨਾਂ ਦਾ ਕੰਮ, ਇਹੀ ਦੇਸ਼ ਵਿੱਚ ਰਹਿੰਦੇ ਸੀ। ਉਹ ਕਹਿੰਦੇ ਆਉਂ ਕਰੀਏ ਸੰਤ ਨੂੰ ਅੱਜ ਮਾਰ ਕੇ ਆਈ। ਆ ਗਏ ਦਰਿਆ ਤੋਂ ਪਰਲੇ ਪਾਸੇ ਮਹਾਂਪੁਰਖ ਬੈਠੇ ਸੀ। ਜਿੱਲੇ ਚੱਲੇ ਦਰਿਆ ਪਾਣੀ ਦਾ ਚੜ੍ਹ ਜਾ। ਕਹਿੰਦੇ ਪਤਾ ਨਹੀਂ ਪਹਾੜ 'ਚ ਮੀਂਹ ਪੈ ਗਿਆ, ਦਰਿਆ ਚੜ੍ਹ ਗਏ। ਫੇਰ ਬਹਿ ਗਏ, ਫੇਰ ਜਾਣ। ਫੇਰ ਅਖੀਰੀ ਉਹ ਜਿਹੜੇ ਦੂਜੇ ਸੀ ਨਾ, ਉਹਨਾਂ ਦਾ ਮੁਖੀਆ ਸੀਗਾ। ਕਹਿੰਦੇ ਚੱਲੀਏ ਤੇ ਪੀਰ ਜੀ ਦੀ ਕਰਾਮਾਤ। ਆਖੇ ਨਹੀਂ, ਆਪਾਂ ਵਰਨ ਕੀਤਾ ਤੇ ਹਿੰਦੂ ਸਿੱਖ ਪੀਰ ਜਿਹੜਾ ਇਹਨੂੰ ਅੱਜ ਖਤਮ ਕਰ, ਕਿ ਇਸਲਾਮੀ ਦੇਸ਼ ਵਿੱਚ ਆ ਕੇ ਪ੍ਰਚਾਰ ਕਰ ਰਿਹਾ ਆਪਣਾ। ਉਹ ਫਿਰ ਜਿਸ ਵੇਲੇ ਹੰਕਾਰਿਆ ਤੇ ਮਾਰਿਆ। ਮਹਾਰਾਜ ਕਹਿੰਦੇ ਹਰ ਜੀ ਹੰਕਾਰ ਨਾ ਪਾਵੇ, ਵੇਦ ਕੂਕ ਸੁਣਾਵੇ।
ਬਸ ਫਿਰ ਗੈਬੀ ਸ਼ੁਕਤੀ ਇੱਥੋਂ ਆ ਗਏ ਨੇ ਸੰਗੀ ਜੀ ਮਲੀ ਚੰਗੀ ਲਗਾੜ ਆਟ ਪਾਉਣ ਹਾਂਜੀ ਲਾਹੌਰ ਬਿੱਲਾ ਉਹ ਕਹਿੰਦੇ ਕੀ ਗੱਲ ਹੋਇਆ ਸਰਦਾਰ ਜੀ ਕਹਿੰਦੇ ਨਹੀਂ ਕਹਿੰਦੇ ਹੁਣ ਝੂਠ ਨਾ ਬੋਲ ਸੱਚ ਦੱਸ ਸਾਨੂੰ ਵੀ ਲੈ ਕੇ ਤੂੰ ਪੀਰ ਜਲ ਤੁਰਿਆ ਸੀ ਤੈਨੂੰ ਕਈਆਂ ਨੇ ਦੱਸਿਆ ਸੀ ਵੀ ਪੀਰ ਜੀ ਇਹ ਬੜੇ ਕਰਾਮਾਤੀ ਹੈ ਹੁਣ ਸਿੱਧੀ ਨੀਤ ਨਾਲ ਚਲੀਏ ਇਹ ਗੱਲ ਬਣ ਤੇ ਸਾਰਿਆਂ ਨੇ ਉੱਥੇ ਖੁਦਾਵੰਦ ਕਰੀਮ ਸਾਡੀ ਗਲਤੀ ਮਾਫ ਕਰ ਦਰਿਆ 'ਚ ਲੰਘ ਕੇ ਗਏ ਮਹਾਰਾਜ ਬਖਸ਼ ਦਿਓ ਕਹਿੰਦੇ ਬਖਸ਼ੇਗਾ ਜਦੋਂ ਤੁਸੀਂ ਆਪਣੀ ਭੁੱਲ ਕਬੂਲ ਕਰ ਲਈ ਗਲਤੀ ਮੰਨ ਲਈ ਕਹਿੰਦੇ ਅੱਜ ਤੋਂ ਬਾਅਦ ਚੋਰੀ ਡਕੈਤੀ ਬਦਮਾਸ਼ੀ ਨਹੀਂ ਕਰਨੀ ਕਿਰਤ ਕਰਕੇ ਰੋਟੀ ਖਾਓ ਕਿਰਤ ਕਰਕੇ ਚੋਰਾਂ ਦਾ ਅਮਲ ਕਿੰਨਾ ਕੁ ਚਿਰ ਚੱਲੂਗਾ ਜਿਹੜੀ ਆਪਣੀ ਕਿਰਤ ਹੁੰਦੀ ਹੈ ਉਹਦੇ 'ਚ ਬਰਕਤ ਹੁੰਦੀ ਹੈ ਤੇ ਨਹੀਂ ਤਾਂ ਜਿਹੋ ਜਿਹਾ ਪੈਸਾ ਆਉਂਦਾ ਉਵੇਂ ਪਿਉੜ ਜਾਂਦਾ ਉਵੇਂ ਚਲੇ ਜਾਂਦਾ ਇਹ ਰਹਿੰਦਾ ਨਹੀਂ ਹੁੰਦਾ ਉਹ ਮੌਲਵੀ ਅਸੀਂ ਪੜ੍ਹਦੇ ਉੱਥੇ ਹੁੰਦਾ ਵੀ ਬੈਲੀ ਬੜਾ ਜੀ ਅਫੀਮਾਂ ਡੋਡਿਆਂ ਸ਼ਰਾਬਾਂ ਬੜਾ ਪੈਸਾ ਕਮਾਇਆ ਮੱਝਾਂ ਜਾਣੀਆਂ 300 ਮੱਝ ਮੰਜੇ ਡਹਿਣੇ ਉੱਤੇ ਲਿਸ਼ਕਦੀਆਂ ਹੁੰਦੀਆਂ ਸੀ ਮਕਾਨ ਪਾਇਓ ਮੀਲਾਂ ਤੱਕ ਬਸ ਪਿਆਪ ਵੰਡਣ ਖਾਣ ਲਈ ਵੱਡ ਮਰ ਗਿਆ ਸਭ ਕੋਈ ਉੱਡ ਗਿਆ ਜਿਹੜੀ ਧਰਮ ਦੀ ਕਿਰਤ ਹੁੰਦੀ ਆ ਉਹਦੇ 'ਚ ਬਰਕਤ ਹੁੰਦੀ ਮਹਾਰਾਜ ਕਹਿੰਦੇ ਧਰਮ ਦੀ ਕਿਰਤ ਕਰਨੀ ਨਾਮ ਜਪਣਾ ਵੰਡ ਛਕਣਾ ਇੱਕ ਦੋ ਭਰਾ ਹੁੰਦੇ ਸੀ ਇੱਕ ਸੰਤ ਬਣ ਗਿਆ ਇੱਕ ਗ੍ਰਸਤੀ ਉਹ ਗ੍ਰਸਤੀ ਵੀ ਸੱਚੀ ਸੁੱਚੀ ਕਿਰਤ ਕਰਦਾ ਸੀ ਨਾਮ ਜਪਣਾ ਭਜਨ ਕਰਨਾ ਅੰਨ ਪਾਣੀ ਪੈਦਾ ਕਰਨਾ ਆਏ ਗਏ ਤਿਥੀ ਦੀ ਸਾਧੂ ਸੰਤ ਦੀ ਸੇਵਾ ਕਰਨਾ ਦੂਆ ਸੰਤ ਬਣ ਗਿਆ ਉਹ 12 ਸਾਲ ਮੰਡਲੀ ਨਾਲ ਘੁੰਮਦਾ ਰਿਹਾ ਵਿਦਿਆ ਪੜ੍ਹਿਆ ਭਜਨ ਕਰਦਾ ਸੀ ਇੱਕ ਦਿਨ ਮਨ 'ਚ ਆਇਆ ਚਲੋ ਇੱਧਰ ਆਏ ਆ ਫਿਰ ਵੀ ਮਾਂ ਜਾਇਆ ਮਿਲ ਚਲੀਏ ਮਿਲਣ ਵਾਸਤੇ ਆ ਗਿਆ ਬੀਬੀ ਘਰ ਸੀ ਵਿਆਹ ਬਾਅਦ 'ਚ ਹੋਇਆ ਸੀ ਨਿਆਣੇ ਨੇ ਕਹਿੰਦੇ ਕਿੱਥੇ ਗਏ ਨਾ ਲੱਗ ਅਖੇ ਜੀ ਉਹਦਾ ਹਲ ਬਾਉਣ ਗਏ ਕਹਿੰਦੇ ਵੀ ਸਾਡਾ ਸੁਨੇਹਾ ਦੇ ਤੇ ਤੇਰੇ ਭਰਾ ਮਿਲਣ ਆਏ ਕਹਿੰਦੇ ਮਹਾਰਾਜ ਹੁਣ ਰਾਹ 'ਚ ਨਦੀ ਪੈਂਦੀ ਹੈ ਪੁਲ ਤੋਂ ਜਾਈਏ ਤੇ ਬਾਟ ਦੂਰ ਬੜੀ ਹੈ ਕਹਿੰਦੇ ਅੱਛਾ ਹੁਣ ਉਹ ਉਥਲਾ ਜਿਹਾ ਕੱਢਿਆ ਜਿਹ 'ਚ ਭਗੂਤੀ ਸੀ ਕਹਿੰਦੇ ਲੈ ਨਦੀ ਦੇ ਸੜਕ ਨਹੀਂ ਨਦੀ ਨੂੰ ਕਹਿੰਦੇ ਰਾਹ ਦੇ ਨਦੀ ਨੇ ਰਾਹ ਦਿੱਤਾ ਚਲ ਗਈ ਨਾਲੇ ਲੰਗਰ ਪਾਣੀ ਲੱਗ ਗਈ ਕਹਿੰਦੇ ਅੱਜ ਆਈ ਪਹਿਲਾਂ ਹੀ ਕਹਿੰਦੇ ਤੁਹਾਡੇ ਭਰਾ ਜੀ ਆਏ ਆ ਜਿਹੜੇ ਮਹਾਂਪੁਰਖ ਬਣੇ ਮੈਂ ਤਾਂ ਪਹਿਲੀ ਵਾਰ ਦਰਸ਼ਨ ਕੀਤੇ ਆ ਤੇ ਕਹਿੰਦੇ ਦਰਿਆ ਨਦੀ ਕਿਵੇਂ ਲੰਘੀ ਕਹਿੰਦੇ ਭਗੂਤਾ ਦਿੱਤਾ ਸੀ ਕਹਿੰਦੇ ਪਿਆ ਸ਼ਬਦ ਪੜ੍ਹ ਕੇ ਆ ਧੂੜਦੀ ਜਾਏ ਨਦੀ ਨੂੰ ਰਾਹ ਦੇ ਤੇ ਹੁਣ ਜਾ ਕੇ ਉਹਨੂੰ ਸੁਨੇਹਾ ਦੇ ਕਿ ਮੈਂ 2 ਸਿਆੜ ਰਹਿ ਗਿਆ ਹਰਿਆਲ ਬਗਲੀ ਹੋਈ ਪੂਰਾ ਕਰਕੇ ਆਉਣਾ ਅੱਗੇ ਮੁੰਨੇ ਨਾਲ ਹਲ ਪਾਉਂਦੇ ਹੁੰਦੇ ਸੀ ਪੁਰਾਣੇ ਨੂੰ ਤਾਂ ਪਤਾ ਹੁਣ ਨਵੇਂ ਹੁਣ ਤਾਂ ਹਲ ਵੀ ਨੈੱਟ 'ਤੇ ਦੇਖਿਆ ਕਰਨ ਕਿਹੋ ਜਿਹੇ ਹੁੰਦੇ ਸੀ ਪਜਾਲੀਆਂ ਕਿਹੋ ਜਿਹੀਆਂ ਹੁੰਦੀਆਂ ਨੇ ਭੁੱਲੀ ਜਾਂਦੇ ਨਾ ਆ ਨੌਜਵਾਨ ਤਾਂ ਹੁਣ ਜੱਟਾਂ ਦੇ ਚੋਗਰੇ ਲੰਬਾ ਦਾਤੀ ਭੁੱਲੀ ਜਾਂਦੇ ਕੱਢਣਾ ਭੁੱਲੀ ਜਾਂਦੇ ਕਿਰਤ ਛੱਡੀ ਜਾਂਦੇ ਉਹ ਸਾਧ ਸੰਗਤ ਜੀ ਤੇ ਹੁਣ ਕਿਵੇਂ ਜਾਵਾਂਗੇ ਕਹਿੰਦੇ ਅੱਛਾ ਜੇ ਸੰਤ ਨੇ ਇਹ ਗੱਲ ਕੀਤੀ ਹੈ ਨਾ ਤੇ ਮੈਂ ਵੀ ਧਰਮ ਦੀ ਕਿਰਤ ਕਰਦਾ ਨਾਮ ਜਪਦਾ ਉਹਨੂੰ ਮੁੰਨੇ ਨਾਲੋਂ ਲਾਹ ਕੇ ਮਿੱਟੀ ਦੇ ਦਿੱਤੀ ਕਹਿੰਦੇ ਜੇ ਮੇਰੀ ਕਿਰਤ ਸਹੀ ਹੈ ਤਾਂ ਮਿੱਟੀ ਧੂੜਦੇ ਹੀ ਨਦੀ ਰਾਹ ਦੇ ਮਿੱਟੀ ਧੂੜੀ ਨਦੀ ਰਾਹ ਦੇ ਦਿੱਤਾ ਉਹ ਆ ਗਿਆ ਜਿਹਨੇ ਪੁੱਛਿਆ ਅੱਗੇ ਕਿਵੇਂ ਗਏ ਸੀ ਇਹ ਸੰਤਾਂ ਨੇ ਭਗੂਤਾ ਦਿੱਤਾ ਹੁਣ ਕਿਵੇਂ ਉਹ ਮੁੰਨੇ ਦੀ 14 ਮਿੱਟੀ ਦਿੱਤੀ ਸੀ ਕਹਿੰਦੇ ਧੰਨ ਤੂੰ ਗ੍ਰਸਤੀ ਆ ਧੰਨ ਤੂੰ ਸੰਤ ਤੂੰ ਸੰਤ ਵੀ ਧੰਨ ਆ ਤੇ ਤੂੰ ਗ੍ਰਸਤੀ ਵੀ ਧੰਨ ਆ ਜੇ ਗ੍ਰਸਤੀ ਧਰਮ ਦੀ ਕਿਰਤ ਕਰੇ ਤੇ ਜੇ ਕੂੜ ਦੀ ਕਮਾਈ ਕਰਦਾ ਉਹ ਕੂੜ ਦੀ ਕਮਾਈ ਲੈ ਕੇ ਬਹਿ ਜਾਂਦੀ ਹੈ ਧਰਮ ਦੀ ਕਿਰਤ ਜਿਹੜੀ ਉਹ ਹੁੰਦੀ ਤੇ ਜਿਹੜੇ ਹਰਾਮ ਦੀ ਕਰਦੇ ਫਿਰ ਡੁੱਡੇ ਪਿੰਗਲੇ ਭੈਂਗੇ ਕਾਣੇ ਮੀਣੇ ਜੰਮਦੇ ਜਾਂ ਬਿਮਾਰੀਆਂ ਐਂ ਉੱਡ ਅੱਡ ਜਾਂਦੀ ਫਿਰ ਤਾਂ ਮਹਾਰਾਜ ਨੇ ਕਿਹਾ ਧਰਮ ਦੀ ਕਿਰਤ ਕਰਨੀ ਨਾਮ ਜਪਣਾ ਵੰਡ ਛਕਣਾ ਵੰਡ ਖਾਣਾ ਬੰਦਗੀ ਹੈ ਦਿਖਾ ਖਾਣਾ ਸ਼ਰਮਿੰਦੀ ਲੁਕੋ ਖਾਣਾ ਗੰਦਗੀ ਇਸ ਕਰਕੇ ਮਹਾਰਾਜ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦਾ ਇਹ ਸਿਧਾਂਤ ਹੈ
ਸੋ ਇਸ ਵਾਸਤੇ ਸੰਤ ਦੀ ਸੰਗਤ। ਵਿਧੀ ਚੰਦ ਦਾ ਜੀਵਨ ਇੱਕ ਸੰਤ ਨੇ ਪਲਟਿਆ, ਮਹਾਂਪੁਰਸ਼ਾਂ। ਉਹ ਨਿਰਮਲੇ ਸੰਤਾਂ ਦੀ ਸੰਪਰਦਾ ਅਯੁੱਧਿਆ ਵਾਲੀ ਵੱਜਦੀ ਹੈ, ਭਾਈ ਭਗੀਰਥ ਦੀ ਸੰਪਰਦਾ ਵੱਜਦੀ ਮਹਾਂਪੁਰਖਾਂ ਨੂੰ। ਸੋ ਇਸ ਵਾਸਤੇ ਜਦੋਂ ਵੀ ਕਿਸੇ ਦੇ ਜੀਵਨ 'ਚ ਪਰਿਵਰਤਨ ਆਇਆ ਕਿ ਇਹ ਸੰਤ ਦੀ, ਮਹਾਂਪੁਰਸ਼ ਦੀ ਸੰਗਤ ਨਾਲ ਜੀਵਨ ਪਲਟਿਆ। ਉਹ ਲੈਚੀ ਰਾਮ ਹੁੰਦਾ ਸੀ, ਬਾਬਾ ਤਿੰਨ ਚਰਨਾਂ 'ਚ ਆਇਆ। ਮਹਾਰਾਜ ਕਹਿੰਦੇ ਕਿਸੇ ਦਾੜੀ ਰੱਖ ਲਾ। ਕਹਿੰਦੇ ਮਹਾਰਾਜ ਮੇਰੀ ਤਾਂ ਅੱਖਾਂ ਦੁਖਣੀਆਂ ਜਨੀਆਂ। ਸੰਤਾਂ ਨੇ ਜਲ ਲੈ ਕੇ ਮੂਲ ਮੰਤਰ ਬੈਠੇ ਛਿੱਟੇ ਮਾਰੇ। ਕਹਿੰਦੇ ਲੈ ਹੁਣ ਨਹੀਂ ਮੁੜ ਕੇ ਦੁਖਣੀਆਂ ਹੋਣਗੀਆਂ, ਹੁਣ ਨਹੀਂ ਦੁਖਣੀਆਂ ਹੋਣਗੀਆਂ, ਮੁੜ ਕੇ ਨਹੀਂ ਅੱਗ ਦੁਖਣੀਆਂ। ਇੱਕ ਵਾਰੀ ਚਲੇ ਗਏ ਪਾਗਲਖਾਨੇ, ਜਿਹੜੇ ਉੱਥੇ ਗਏ ਪਾਗਲ ਸਾਰੇ ਬੰਦ ਕੀਤੇ ਹੋਏ ਠੀਕਾਂ ਵਾਲੇ ਅੰਦਰ। ਜਦੋਂ ਮਹਾਰਾਜ ਗਲ ਪੈਂਦੇ ਮਾਰਨ ਆਉਂਦੇ ਤੇ ਮਹਾਂਪੁਰਖਾਂ ਨੇ ਧੰਨ ਧੰਨ ਬਾਬਾ ਅਤਰ ਸਿੰਘ ਮਹਾਰਾਜ ਸ਼ਬਦ ਪੜਿਆ, ਪਿੰਗਲ ਪਰਬਤ ਪਾਰ ਕਰੇ ਕਲ ਚਤਰਵ ਕੀਤਾ, ਅੰਦਲੇ ਤਿਰ ਭਵਨ ਸੂਝਿਆ ਗੁਰ ਭੇਟ ਪਨੀਤਾ, ਮਹਿਮਾ ਸਾਧੂ ਸਾਂਕੀ ਸੁਨੋ ਮੇਰੇ ਮੀਤਾ, ਮੈਲ ਕੋਈ ਕੋਡਾ ਘਰੇ ਨਿਰਮਲ ਭੈ ਚੀਤਾ, ਐਸੀ ਭਗਤ ਗੋਬਿੰਦ ਕੀ ਕੀਟ ਹਸਤੀ ਜੀਤਾ। ਕਹਿੰਦੇ ਖੋਲਦੇ ਹੋ ਜਾਂਦੇ। ਸ਼ਬਦ ਪੜਿਆ, ਸਾਰੇ ਪਾਗਲ ਰਾਜੀ ਕਰ, ਸਾਰੇ ਪਾਗਲ ਰਾਜੀ ਕਰ। ਪਰ ਜਿਹੜੇ ਕਮਾਈ ਵਾਲੇ, ਕਮਾਈ ਕੀਤੀ ਹੈ, ਬਾਬਾ ਜੀ ਸਰੀਰ ਬੜਾ ਬੋਝਲ ਹੋ ਗਿਆ। ਤਰਕਵਾਦੀ ਹੁੰਦੇ ਵੀ ਸੰਤ ਚੰਗੀਆਂ ਪਿੰਨੀਆਂ ਪੁਨੀਆਂ ਖਵਾ ਖਾ ਖਾਂਦੇ ਹੋਣੇ, ਸਰੀਰ ਕਿਵੇਂ ਹੋਇਆ ਉਹ ਜਾਣੀ ਜਾਣ। ਉਹਨੂੰ ਕਹਿੰਦੇ ਜਾਂ ਰਾਵਲਪਿੰਡੀ ਜਾ ਕਨੋਹੇ, ਸਾਡਾ ਫਲਾਨਾ ਪ੍ਰੇਮੀ, ਉਹਨੂੰ ਸੁਨੇਹਾ ਦੇ। ਜਿਹੜੇ ਉੱਥੇ ਗਿਆ, ਬਾਬਾ ਦਾ ਚਿੱਤਰ ਲੱਗਾ ਹੋਇਆ, ਨੌਜਵਾਨ ਉਮਰ ਦਾ, ਆ ਪੇਟ ਰੀੜ੍ਹ ਦੀ ਹੱਡੀ, ਕੱਲੀ ਕੱਢੀ ਹੱਡੀ ਪਿੰਜਰ, ਨੌਜਵਾਨ ਉਮਰ ਦਾ ਚਿੱਤਰ। 125 ਜਪਜੀ ਸਾਹਿਬ, 8 ਪਹਿਰਾਂ 'ਚ ਬਲੂਣੀ ਸਬਜ਼ੀ ਦੀ 2 ਛਟੰਗ ਦੀ ਕੌਲੀ, ਉਹ ਸਬਜ਼ੀ ਖਾਂਦੇ ਸੀ। ਉਹ ਵੀ ਛੋੜਿਆ ਨਾ ਕਰੇ ਪਖੰਡ ਨਾ ਸੁਹਾਗਣ ਨਾ ਹੋਵੇ। ਮਹਾਰਾਜ ਮਿਰਤ ਕੋ ਜੀਵਾਲਣ ਹਰ ਭੂਖਿਆ ਕੋ ਦੇਵਤਾ ਦਾ। ਮਹਾਰਾਜ ਜਿਹੜੇ ਚਿੱਤਰ ਦੇਖਿਆ, ਕਹਿੰਦਾ ਮਹਾਰਾਜ ਚਿੱਤਰ ਕਿਹਦਾ? ਕਹਿੰਦੇ ਧੰਨ ਧੰਨ ਬਾਬਾ ਅਤਰ ਸਿੰਘ ਜੀ ਮਹਾਰਾਜ। ਤੇ ਮਸਤੂ ਹੋਣੇ ਮਹਾਂਪੁਰਖਾਂ ਚਿੱਤਰ ਆ। ਕਹਿੰਦੇ ਮੇਰਾ ਸ਼ੰਕਾ ਕੱਢਣ ਲਈ ਭੇਜਿਆ, ਮੈਨੂੰ ਤਰਕ ਹੋਈ ਸੀ, ਆ ਗਿਆ। ਕਹਿੰਦੇ ਮਹਾਰਾਜ ਇੱਥੇ ਕਿਰਪਾ ਕਰ ਦਿੰਦੇ। ਕਹਿੰਦੇ ਯਕੀਨ ਨਹੀਂ ਸੀ ਵਜਣ। ਜਿਹੜੇ ਪੂਜਾ ਹੁੰਦੀ ਹੈ ਨਾ, ਦੇਖ ਕੇ ਤੁਸੀਂ ਤਰਕਾਂ ਕਰਦੇ ਆ, ਇਹ ਨਹੀਂ ਸੋਚਦੇ ਵੀ ਮਹਾਂਪੁਰਖਾਂ ਨੇ ਕਿੰਨੇ ਕਿੰਨੇ ਜਨਮ ਤਪੱਸਿਆ ਕੀਤੀ ਹੁੰਦੀ ਹੈ। ਤਪੱਸਿਆ ਫਿਰ ਹਜ਼ੂਰ ਸਾਹਿਬ ਚਲਾ ਗਿਆ। ਉਹ ਪੋਥੀਆਂ ਸਾਡੇ ਕੋਲ ਆ, ਇੱਕ ਚੌਂਕੜੇ ਪਾਠ ਕੀਤਾ ਸੀ। ਉਹ ਸਾਂਚੀਆਂ ਸਾਡੇ ਕੋਲ ਸੰਭੀਆਂ, ਦਰਸ਼ਨ ਕਰਾ ਦੇਂਗੇ ਜਦੋਂ ਉੱਤੇ ਆਏ। ਹਜ਼ੂਰ ਸਾਹਿਬ ਚਲਾ ਗਿਆ, ਗਲ ਗਲ ਪਾਣੀ 'ਚ ਖੜ੍ਹ ਕੇ ਤਪੱਸਿਆ ਕਰ। ਹੁਣ ਤਾਂ ਸਾਰੇ ਆਬਾਦੀ ਹੋ ਗਏ। ਜਦੋਂ ਅਸੀਂ ਪਹਿਲਾਂ ਗਏ ਹਾਂ, ਸਾਰੇ ਬਾਂਦਰ ਹੁੰਦੇ ਸੀ, ਲੰਗੂਰ ਆਲੇ ਦੁਆਲੇ ਘੁੰਮਦੇ ਹੁੰਦੇ ਸੀ। ਨਾਨਕ ਝੇਰੇ ਮੱਥਾ ਟੇਕਣਾ ਔਖਾ ਕਰ ਦਿੰਦੇ ਸੀ, ਐਨੇ ਘੁੰਮਦੇ ਹੁੰਦੇ ਸੀ। ਜੰਗਲ ਸੀ। ਤੇ ਬਾਬਾ ਨਿਧਾਨ ਸਿੰਘ ਸਾਹਿਬ ਤੇ ਸਵੇਰੇ ਬਾਂਦਰਾਂ ਤੇ ਲੰਗੂਰਾਂ ਦੀ ਪੰਗਤ ਲੱਗੀ। ਕਹਿੰਦੇ ਇਹ ਵੀ ਗੁਰੂ ਕੀ ਸੰਗਤ ਹੈ, ਪਹਿਲੇ ਇਹਨਾਂ ਨੂੰ ਵਰਤਾਓ। ਉਹ ਪੰਗਤ ਬਹਿ ਜਾਂਦੇ ਸੀ ਜੀ। ਦੇਖੋ ਮਹਾਂਪੁਰਖਾਂ ਦਾ ਪ੍ਰਭਾਵ, ਐਂ ਕਤਾਰਾਂ 'ਚ ਬਹਿ ਜਾਣਾ ਬਾਂਦਰਾਂ ਲੰਗੂਰਾਂ, ਕਹਿੰਦੇ ਇਹਨਾਂ ਨੂੰ ਵਰਤਾ ਵੀ ਮਾਰੇ ਦੇ। ਹੁਣ ਵੀ ਸਾਡੇ ਸੰਤ ਆ, ਬਾਬਾ ਹਰਨੇਕ ਸਿੰਘ ਰਾੜੇ ਵਾਲੇ, ਲੰਗਰਾਂ ਵਾਲੇ, ਆ ਨਾਭੇ ਦੀ ਭੀੜ 'ਚ ਬਾਂਦਰ ਬਹੁਤ ਹੈ, ਲੰਗੂਰ, ਉਹ ਉਹਨਾਂ ਨੂੰ ਜਾ ਕੇ ਲੰਗਰ ਛਕਾਉਂਦੇ। ਦੇਖੋ ਅੱਜ ਵੀ ਮਹਾਂਪੁਰਖ ਐਸੇ ਹੈਗੇ, 24 ਘੰਟੇ ਗੱਡੀ 'ਚ ਵੀ ਲੰਗਰ ਚੱਲੀ ਜਾਂਦਾ, ਪਤਾ ਨਹੀਂ ਕਿੱਥੇ ਕਿੱਥੇ ਜਾਂਦੇ ਰੋਜ਼। ਕਮਾਲ ਹੀ ਆ, ਸਿਸਟਮ ਐਸਾ ਉਹਨਾਂ ਦਾ ਮਹਾਂਪੁਰਖਾਂ ਦਾ। ਬਾਬਾ ਹਰਨੇਕ ਸਿੰਘ ਜੀ ਜਿੱਥੇ ਪੁੱਛੋ ਇਹਦਾ ਬਾਬਾ ਹਰਨੇਕ ਸਿੰਘ ਨੇ ਭੇਜਿਆ। ਡਿਊਟੀਆਂ ਲੱਗੀਆਂ, ਸੇਵਾ ਬੀਬੀਆਂ ਮਤਲਬ ਐ ਅਟਲ। ਮਚਾ ਗਿਆ ਟਸ ਤੇ ਮਾਸੇ ਤੇ ਹੋ ਜਾਣੇ, ਇੰਨੀ ਸ਼ਰਧਾ ਉਹਨਾਂ ਦੀ ਅੱਜ ਵੀ ਹੈ। ਪ੍ਰੇਮ ਵਾਲੇ ਜਿਹੜੇ ਮਹਾਂਪੁਰਖ ਹੈ, ਉੱਥੇ ਚਲੇ ਗਏ ਗਲ ਗਲ ਪਾਣੀ 'ਚ, ਗੋਦਾਵਰੀ 'ਚ। ਹੁਣ ਤਾਂ ਗੰਦੇ ਨਾਲੇ ਬਣਾਤੇ, ਅਸੀਂ ਕੋਈ ਦਰਿਆ ਵੀ ਸਾਫ਼ ਨਹੀਂ ਰਹਿਣ ਦਿੱਤਾ ਇਹਨਾਂ ਬੰਦਿਆਂ ਨੇ। ਇਹ ਹਾਲਤ ਬਣੀ। ਪਰ ਉਦੋਂ ਸਫਾਈ ਸੀ, ਵਸਿਆ ਕਰਦੇ ਸੀ। ਬੀਤ ਗਿਆ ਨਿਰਾਹਾਰ,
ਨਦੀ ਦਾ ਜਲ ਛਕਦੇ ਹੋਣਗੇ। ਜਿਹੜਾ ਪੁਜਾਰੀ ਸੀ ਨਾ ਉਸ ਵੇਲੇ ਸੱਚਖੰਡ ਦਾ, ਉਹਨੂੰ ਸੁਪਨਾ ਆਇਆ ਕਿ ਸਾਡਾ ਪੰਜਾਬ ਤੋਂ ਇੱਕ ਸੰਤ ਆਇਆ, ਤੂੰ ਆਰਾਮ ਨਾਲ ਪੂਜਾ ਕਰਾਈ ਜਾਂਦਾ, ਤੈਂ ਜਾ ਕੇ ਕੋਈ ਰੋਟੀ ਪਾਣੀ ਪੁੱਛਿਆ ਨਹੀਂ ਉਹਨਾਂ ਨੂੰ। ਉਹਨੂੰ ਸਮਝਿਆ ਸੁਪਨਾ ਹੀ। ਦੂਏ ਦਿਨ ਫਿਰ ਮਹਾਰਾਜ ਨੇ ਤੂੰ ਸੰਗੀ ਜੀ ਚੰਗੀ ਫੜ ਕੇ ਘੁੱਟੀ, ਕਹਿੰਦੇ ਤੂੰ ਸੁਪਨੇ ਸਮਝ ਜਾਂਦਾ ਓਏ, ਜਾਂਦਾ ਨਹੀਂ। ਕਹਿੰਦੇ ਮਹਾਰਾਜ ਦੱਸੋ, ਤੇ ਦੱਸਿਆ ਫਲਾਨੀ ਜੋ, ਤੇ ਥਾਲ ਲਾ ਕੇ ਨਾ ਪ੍ਰਸ਼ਾਦਾ ਸੋਚ ਪੁੱਤਨ ਤਿਆਰ ਕਰਕੇ ਤੇ ਲੈ ਆਣਗੇ। ਫਿਰ ਮਹਾਰਾਜ ਲੰਗਰ ਛੋ, ਕਹਿੰਦੇ ਇੱਛਾ ਨਹੀਂ। ਕਹਿੰਦੇ ਮਹਾਰਾਜ ਤੁਹਾਨੂੰ ਇੱਛਾ ਨਹੀਂ, 10 ਪੈਸੇ ਮੈਨੂੰ ਸੁਣ ਨਹੀਂ ਦਿੰਦੇ, ਮੇਰੀ ਆਹ ਹਾਲਤ, ਮੈਨੂੰ ਤਾਂ ਚੰਗੀ ਕੜਕੀ ਲਾਈ ਹੈ, ਕਿਰਪਾ ਕਰੋ। ਕਹਿੰਦੇ ਬਚਨ ਦੇ, ਇੱਕ ਪ੍ਰਸ਼ਾਦਾ ਲਿਆਉਣਾ ਖੁਸ਼ਕ, ਤੇ ਦੱਸਣਾ ਨਹੀਂ ਕਿਸੇ ਨੂੰ, ਅਸੀਂ ਆਪਣਾ ਸਾਧਨ ਕਰ ਰਹੇ ਹਾਂ। ਹੁਣ ਫਿਰ ਇਕੱਲੇ ਨੇ ਜਾਣਾ, ਸਮਾਂ ਵਿਚਾਰ ਇੱਕ ਫੁੱਲ ਕਰ ਜਬ ਤੱਕ ਕਰਦੇ ਸੀ। ਇੱਕ ਦਿਨ ਫਿਰ ਬਰਾਗ ਆ ਗਿਆ, ਮਨ ਬੈਰਾਗੇ ਕੀ ਪਾਵੋ ਦਰਸਾਰ। ਜਿੰਨਾ ਚਿਰ ਬਰਾਗ ਨਹੀਂ ਪੈਦਾ ਹੁੰਦਾ ਨਾ, ਅੱਖਾਂ 'ਚੋਂ ਅਥਰੂ ਨਹੀਂ ਨਿਕਲਦੇ, ਹਿਰਦਾ ਸਾਫ਼ ਨਹੀਂ ਹੁੰਦਾ। ਇਹ ਅਥਰੂ ਜਿਹੜੇ ਆ ਪਾਪ ਪਿਘਲ ਕੇ ਅੱਖਾਂ ਨਾਲ ਨਿਕਲਦੇ ਆ। ਪਹਿਲਾਂ ਤੱਤੇ ਹੁੰਦੇ ਤੇ ਲੋਕਾਂ ਬਾਅਦ 'ਚ ਠੰਡੀਆਂ ਹੋ ਜਾਣਗੀਆਂ, ਅੱਖਾਂ ਸ਼ਾਂਤ ਹੋ ਜਾਣਗੀਆਂ, ਹਿਰਦਾ ਸ਼ਾਂਤ ਹੋ ਜਾਊਗਾ, ਤੇ ਮਨ 'ਚ ਬਰਾਗ ਭਾਵਨਾ ਆਵੇ ਤੇ ਸਾਧ ਸੰਗਤ ਜੀ। ਤੇ ਫਿਰ ਬਰਾਗ ਆ ਗਿਆ, ਮਾਰੇ ਦਰਸ਼ਨ ਬਖਸ਼ੋ, ਧੰਨ ਸੋ ਵੇਲਾ ਜੇ ਦਰਸ਼ਨ ਕਰਨਾ ਹੋ ਬਲਿਹਾਰੀ ਸਤਿਗੁਰ ਚਰਨ, ਜੀ ਕੇ ਦਾਤੇ ਪ੍ਰੀਤਮ ਪਮ ਮੇਰੇ, ਮਨ ਜੀਵੈ ਤੇ ਨਾਮ ਚਿਤੇ। ਦਰਸ਼ਨ ਪਿਆਸੀ ਦਿਨ ਸਰਾ ਚਿਤ ਭਵ ਅੰਦਰ ਨੀਤ, ਖੋਲ ਕਪਟ ਗੁਰ ਮਿਲਿਆ ਨਾਨਕ ਹਰ ਸੰਗ ਮੀਤ। ਤੂੰ ਚੋ ਸੱਜਣ ਮੈਡਿਆ ਡੇ ਸਿਸ ਉਤਾਰ, ਨੈਣ ਮਹਿੰਜੇ ਤਰਸਦੇ ਕਦ ਪੱਸੀ ਦੀਦਾਰ। ਸੁਣਦੇ ਕਿ ਨਹੀਂ? ਮਨ 'ਚ ਭਾਵਨਾ ਬਣਨੀ ਚਾਹੀਦੀ ਹੈ, ਫੇਰ ਗੱਲ ਬਣਦੀ ਹੈ। ਇਹ ਨਹੀਂ ਕੋਈ ਤਰਨ ਤਰਨ ਰਹਿ ਕੇ ਗੱਲ ਬਣ ਜੂਗੀ, ਕਮਾਈ ਕਰਨੀ ਪੈਣੀ ਹੈ। ਸੇਵਾ ਸਿਮਰਨ ਅੰਦਰ ਸ਼ਰਧਾ ਭਗਤੀ ਪਿਆਰ ਗੁਰੂ ਮਹਾਰਾਜ ਦਾ। ਇਹਦੇ ਬਰਾਗ ਹੋਇਆ ਪੂਰਾ, ਬਾਬਾ ਜੀ ਨੇ ਛਾਲ ਮਾਰਤੀ ਗੋਦਾਵਰੀ 'ਚ। ਇਹਦੇ ਛਾਲ ਮਾਰੀ, ਮਹਾਰਾਜ ਆ ਗਿਆ, ਐਵੇਂ ਬਾਂਹ ਪਾ ਕੇ ਨਾ ਸੱਜੀ ਲੈ ਗਿਆ ਪਾਰ। ਡੁੱਬਣ ਦਿੰਦੇ ਹੋ ਸੰਸਾਰ ਸਮੁੰਦੇ ਤਾਰਕ ਬਿੰਦੇ, ਬਾਂਹ ਦੇ ਬਾਪ ਬੈਠ ਲਾ, ਪਰ ਬਣ ਜਾਏ ਉਹਦਾ ਅੰਨਨ ਬੇੜਾ ਹੋ ਖੇਵ ਨਾ ਸਾਖੋਂ, ਤੇਰਾ ਪਾਰ ਨਾ ਪਾਇਆ ਬੈਠ ਲਾ। ਜਿਵੇਂ ਭਗਤ ਨਾਮਦੇਵ ਕਹਿੰਦੇ ਅਤਰਸਿਆ ਮਨਮੁਖ ਬਹੁਤ ਪੈਦਾ ਹੋ ਗਿਆ। ਅਨਮਤੀਆਂ ਨੇ ਸਿੱਖੀ ਨੂੰ ਬੜੀ ਢਾਹ ਲਾ ਦਿੱਤੀ ਹੈ। ਜਾ ਹੁਣ ਖੰਡੇ ਵੜਾ ਅੰਮ੍ਰਿਤ ਛਕਾ ਕੇ ਲੋਕਾਂ ਨੂੰ ਸਿੰਘ ਸਜਾ। 10 ਪਾਤਸ਼ਾਹ ਨੇ ਆਪ ਪ੍ਰਗਟ ਹੋ ਕੇ ਆਸ਼ੀਰਵਾਦ ਦਿੱਤੀ, ਤੇ ਮਹਾਂਪੁਰਖਾਂ ਨੇ ਸ਼ੁਰੂ ਕੀਤਾ। ਜਿੱਥੇ 2 ਵਚਨ ਕਰਦੇ 10,000 ਬੰਦਾ ਅੰਮ੍ਰਿਤ ਛਕਣ ਨੂੰ ਤਿਆਰ ਹੋ ਜਾਂਦਾ ਸੀ। ਆ ਮਾਸਟਰ ਤਾਰਾ ਸਿੰਘ ਅਕਾਲੀਆਂ ਦਾ ਪ੍ਰਧਾਨ, ਹਿੰਦੂ ਪਰਿਵਾਰ 'ਚੋਂ, ਇਹਨੂੰ ਅੰਮ੍ਰਿਤ ਛਕਾਉਣ ਵਾਲੇ ਬਾਬਾ ਅਤਰ ਸਿੰਘ, ਤੇਜਾ ਸਿੰਘ MA, ਹੋਰ ਕਿੰਨਿਆਂ ਕਿਤੇ ਨਾ ਗਣੀਆਂ। ਸਾਡੇ ਕੋਲ ਤਾਂ ਹੁਣ ਨਿੰਦਿਆ ਰਹਿ ਗਈ ਮਹਾਂਪੁਰਖਾਂ ਦੀ ਕਮਾਈਆਂ ਜਿਨ੍ਹਾਂ ਦੀਆਂ। ਇਸ ਤਰ੍ਹਾਂ ਵੀ ਉਹਨਾਂ ਨੂੰ ਦੇਖ ਲਓ, ਅੰਮ੍ਰਿਤ ਛਕਾ ਕੇ ਗੁਰੂ ਦੇ ਲੜ ਲਾਇਆ। ਐਸੇ ਮਹਾਂਪੁਰਖ ਨਾਮ ਵੀ ਅਤਰ, ਤੇ ਅਤਰ ਵਾਂਗ ਸੁਗੰਧੀ ਦੁਨੀਆ ਦੇ ਖਿਲਾਰ ਗਿਆ। ਅਤਰ ਵਾਂਗ ਸੁਗੰਧੀ ਨਾਮ ਬਾਣੀ ਦੀ ਭਗਤੀ। ਸੋ ਇਸ ਕਰਕੇ ਗੁਰਮ ਪਿਆਰਿਓ, ਜਿਹੜੇ ਮਹਾਂਪੁਰਖ ਹੈ ਉਹਨਾਂ ਦੀ ਸੰਗਤ ਐਸੀ ਬੜੀ ਅਲੌਕਿਕ ਸੰਗਤ। ਕੱਲ੍ਹ ਵੀ ਬਚਨ ਸੁਣਾਇਆ ਸੀ, ਬਚਨ ਬੜਾ ਹਰਫਨ ਪਿਆਰਾ। ਤੇ ਸੰਤ ਗੁਰਬਖਸ਼ ਸਿੰਘ ਆਏ, ਕਹਿੰਦੇ ਕਿਰਪਾ ਕਰ, ਮਹਾਂਪੁਰਸ਼ ਨੇ ਨੇਤਰੇ ਲੜਾਏ, ਬਸ ਬਸੁੱਧ ਹੋ ਗਏ। ਸੰਤ ਤੇਜਾ ਨੂੰ ਕਹਿੰਦੇ ਤੇਜਾ ਸਿਆਂ ਵੀ ਢੱਕਣ ਜ਼ਿਆਦਾ ਚੱਕਿਆ ਗਿਆ, ਹੁਣ ਇਹ 12 ਸਾਲ ਐਵੇਂ ਰਹੂਗਾ। 12 ਸਾਲ ਮਸਤ ਅਵਸਥਾ, ਵਧੇ ਅਵਸਥਾ 'ਚ। ਸੰਤ ਬਾਬਾ ਗੁਰਬਖਸ਼ ਸਿੰਘ ਇੱਥੇ ਟਾਂਗਰੇ ਵੀ ਰਹੇ, ਲੈ ਦੱਸ ਕੇ ਮੋਰਚਾ ਲਗਾ ਨਾ ਸਿਆਲਕੋਟ। ਉਦੋਂ ਖੜਕ ਸਿੰਘ ਪ੍ਰਧਾਨ ਹੁੰਦੇ, ਸੱਚੇ ਸੁੱਚੇ ਬੰਦੇ। DC ਦੀ ਪੋਸਟ ਨੂੰ ਫੁੱਟ ਮਾਰ ਕੇ ਪੰਥ ਦੀ ਸੇਵਾ 'ਚ ਬੈਠੇ ਸੀ ਉਹ, ਐਸੇ ਸੀਗੇ।
ਬਾਬਾ ਖੜਕ ਸਿੰਘ ਜੀ। ਹੁਣ ਤਾਂ ਕੁਰਸੀਆਂ ਦੇ ਭੱਜੇ ਫਿਰਦੇ ਆ, ਉਹਨਾਂ ਲੋਕਾਂ 'ਚ ਤਿਆਗ ਬਰਾਬਰ ਸੀ ਜਿਹੜੇ ਪੁਰਾਣੇ ਗੁਰਸਿੱਖ ਸੀ। ਮੋਰਚਾ ਜਿਹੜੇ ਲਾਇਆ, ਸੰਤ ਵੀ ਚਲੇ ਗਿਆ। ਤੇ ਅੰਗਰੇਜ਼ਾਂ ਨੇ ਕਿਹਾ ਇਉਂ ਕਰੋ, ਸੰਤ ਨੂੰ ਪੁੱਠਾ ਲਟਕਾ ਕੇ ਨਾ ਥੱਲੇ ਪੱਥਰ ਦੇ ਕੋਲ ਦੀਆਂ ਗੀਠੀਆਂ ਬਾਲ ਦਿਓ। ਜ਼ਿਲ੍ਹੇ ਦੀ ਮਮਿਆਈ ਚੋਊਗੀ ਨਾ, ਪਤਾ ਲੱਗੂ ਕਿ ਮੋਰਚਿਆਂ 'ਚ ਕਿਵੇਂ ਜਾਏਗਾ ਸਰਕਾਰ ਦੇ ਖਿਲਾਫ। ਇਹ ਲੋਕ ਕਿੰਨੇ ਜ਼ੁਲਮ ਕਰਦੇ ਰਿਹਾ, ਗੋਰੇ ਵੀ ਲਟਕਾਤਾ ਕਾਇਆ ਜ਼ਿਲ੍ਹੇ। ਫਿਰ ਉਹ ਸੁਰਤੀ ਕਿੱਥੇ ਗਈ? ਬਾਬਾ ਅਤਰ ਸਿੰਘ ਜੋਤੀ ਜੋ ਸਮਾ ਗਿਆ ਸੀ, ਹਰ ਕੋਲ ਬਾਬਾ ਜਵਾਲਾ ਚਰਨਾਂ 'ਚ ਸੁਰਤੀ ਚਲ ਗਈ। ਤੇ ਮਹਾਰਾਜ ਮੈਨੂੰ ਮਰਨ ਤੋਂ, ਸ਼ਹੀਦ ਹੋਣ ਤੋਂ ਡਰ ਨਹੀਂ। ਕੱਲ੍ਹ ਨੂੰ ਲੋਕ ਟਿਚਰਾਂ ਕਰਨਗੇ ਸੰਤ ਵਿੱਚ ਕੀ ਸੀ। ਕਿਰਪਾ ਕਰੋ, ਲਾਜ ਰੱਖੋ। ਹੁਣ ਆਪਣੇ ਸੇਵਕੀ ਆਪੇ ਰਾਖੈ, ਆਪੇ ਨਾਮ ਜਪਾਵੈ, ਜੈ ਜੈ ਕਾਜ ਕਰ ਸੇਵਕ ਤਾਹਾਂ ਤਾਂ ਉੱਠਤਾਵੈ। ਸੇਵਕ ਉਹ ਨੈਗੇਟਿਵ ਹੋਏ ਦਿਖਾਵੇ, ਤੂੰ ਉਹਦੇ ਮਹਾਂਪੁਰਖ ਦਿਲੋਂ ਜਾਣੀ ਜਾਣ। ਬਾਹਰ ਮੰਜਾ ਡਾਲਿਆ, ਉਹ ਕਹਿੰਦੇ ਡੋਲ ਕੱਢ ਕੱਢ ਪਾਈ ਚਲੋ। ਸਾਰੇ ਹੈਰਾਨ ਵੀ ਕੀ ਗੱਲ ਹੈ, ਇਹ ਡੋਲ ਪਾਈ ਚਲੋ ਕੱਢ ਕੱਢ। ਕਿੱਥੇ ਦੇ ਲੋ ਸਿਆਲਕੋਟ ਡਸਕਾ ਤਹਿਸੀਲ ਆ, ਕਿੱਥੇ ਹੁਸ਼ਿਆਰਪੁਰ 'ਚ ਪਿੰਡ ਉਹ ਗੀਠੀਆਂ ਜਿਹੜੀਆਂ ਠੰਡੀਆਂ ਹੋ ਰਹੀਆਂ, ਪਾਣੀ ਨਹੀਂ ਚੜ ਰਿਹਾ। ਉਹ ਨਵੀਂ ਗੀਠੀ ਰੱਖਣ, ਉਹਨੇ ਮਾਫੀ ਮੈਂ ਕਾਨੂੰ ਫੜ ਲੈ ਤੇ ਮਾਫ ਕਰ ਦੇ। ਪੈਸੇ ਸੰਤ ਨੂੰ ਕਿੱਥੇ ਲੈ? ਤੇ ਜਿਹੜੇ ਫਿਰ ਛੱਡਤਾ, ਮਾਫੀ ਮੰਗ ਕੇ ਮੋਰਚਾ ਫਤਿਹ ਹੋ ਗਿਆ। ਫਿਰ ਆਏ ਸਿੱਧੇ ਮਹਾਂਪੁਰਾਂ ਦੰਡਵਤ ਪ੍ਰਣਾਮ ਕੀਤੀ। ਕਹਿੰਦੇ ਸੁਣਾ ਵੀ ਗੁਰਬਖਸ਼ਿਆ, ਗੀਠੀਆਂ ਦਾ ਸੇਕ ਤਾਂ ਨਹੀਂ ਲੱਗਾ? ਕਹਿੰਦੇ ਮਹਾਰਾਜ ਸਮਰੱਥ ਗੁਰੂ ਸਿਰ ਹੱਥ ਧਰਿਓ, ਸਿਰ ਉੱਪਰ ਠਾਡਾ ਗੁਰੂ ਸੂਰਾ, ਨਾਨਕ ਤਾਕੇ ਕਾਰਜ ਪੂਰਾ। ਫਿਰ ਸੇ ਕਿਉਂ ਲੱਗਦਾ? ਇਸ ਤਰ੍ਹਾਂ ਆ ਵੀ ਜੇ ਮਨ ਟਿਕ ਜਾਏ, ਵਿਸ਼ਵਾਸ ਹੋ ਜਾਏ, ਗੁਰੂ ਦੀ ਕਿਰਪਾ ਹੋ ਜਾਏ, ਇਹ ਹੈ ਮਹਾਂਪੁਰਖਾਂ ਦੇ ਬਚਨ ਕਿ ਸੰਤ ਦੀ ਸੰਗਤ ਵਿੱਚ ਕਿੱਡੀ ਵੱਡੀ ਬਰਕਤ ਹੁੰਦੀ ਹੈ। ਸੋ ਇਸ ਕਰਕੇ ਸੰਗਤ ਮਹਾਂਪੁਰਖਾਂ ਦੀ ਜਿਹੜੀ ਹੈ ਉਹ ਬੜੀ ਪਵਿੱਤਰ ਹੈ। ਮਹਾਂਪਵਿੱਤਰ ਸਾਧਕਾ ਸੰਗਤ, ਗੁਰੂ ਘਰ ਸੰਗਤ ਸਭ ਨੂੰ ਪਵਿੱਤਰ ਸੰਗਤ, ਮਹਾਂਪੁਰਸ਼ਾਂ ਦੀ ਜਿਹੜੀ ਸੰਗਤ। ਇਸ ਕਰਕੇ ਅੱਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਕਿਰਪਾ ਕੀਤੀ ਹੈ। ਕੱਲ੍ਹ ਸੰਗਤ ਬਹੁਤ ਆਈ, ਐਤਵਾਰ ਸੀ, ਕਥਾ ਵੀ, ਤੇ ਸਰੀਰ ਬੜੀ ਆਲਸ ਕਰਦਾ ਸੀ, ਮਨ ਵੀ। ਪਰ ਧੰਨ ਗੁਰੂ ਅਰਜਨ ਸਾਹਿਬ ਬਲੀ ਬਹੁਤ ਹੈ, ਉਹਨਾਂ ਨੇ ਕੌਤਕ ਜਿਹਾ ਇਹੋ ਜਿਹਾ ਵਰਤਾਇਆ ਕਿ ਮਾਰੇ ਮਾਫ ਕਰ ਦਿਓ, ਤੁਹਾਡੇ ਚਰਨਾਂ 'ਚ ਆਉਂਦੇ। ਮਾਰੇ ਬੇਅੰਤ ਲੀਲਾ ਕਰ ਦਿੰਦੇ। ਸਮਰੱਥ ਹੈ ਜੋਤ ਉੱਥੇ ਵੀ ਇਹਨਾਂ ਦੀ ਹੈ, ਗੁਰੂ ਨਾਨਕ ਪਾਤਸ਼ਾਹ ਇੱਕੋ ਜੋਤ ਹੈ, ਪਰ ਮਹਾਰਾਜ ਨੇ ਕੋਈ ਵਿਧੀ ਬਹਾਨਾ ਕੋਈ ਬਣਾਉਣਾ ਹੁੰਦਾ। ਤੇ ਲਾਭ ਭਾਈ ਉਹਨਾਂ ਨੂੰ ਮਿਲਦਾ ਜਿਨ੍ਹਾਂ ਦਾ ਮੱਥਾ ਸਾਥ ਦਿੰਦਾ। ਇਹ ਮੱਥਾ ਸਾਥ ਨਾ ਦੇਵੇ ਤੇ ਜਿੱਦਣ ਮਹਾਰਾਜ ਆਏ ਸੀ ਉਦਣ ਵੀ ਨਿੰਦਕ ਬੜੇ ਰਹੇ। ਕੋਈ ਨਿੰਦਿਆ ਕਰੀਗਾ, ਕੁਛ ਨਹੀਂ ਲਿਆ ਮਹਾਰਾਜ ਤੋਂ। ਤੇ ਸਾਡਾ ਦੇਸ਼ ਮੁਰਦਿਆਂ ਦਾ ਪੁਜਾਰੀ ਹੈ। ਜਿਹੜੇ ਜੀਂਦਾ ਉਦੋਂ ਨੇ, ਜਿਹੜੇ ਮਰ ਜਾ ਫਿਰ ਮੜੀਆਂ ਬਣਾ ਕੇ ਪੂਜਾ ਕਰਨੀ, ਤੇ ਦਹੀਂ ਨਾਲ ਮੜੀਆਂ ਨਲਾਉਂਦੇ ਸਨ। ਪਰ ਜਿਨ੍ਹਾਂ ਦੇ ਭਾਗ ਜਾਗੇ, ਦੇਖ ਲਓ ਰਾਏ ਭੋਜ ਦੀ ਤਲਵੰਡੀ 'ਚੋਂ ਮਰਦਾਨਾ ਕੱਢਿਆ, ਬਾਲਾ ਕੱਢਿਆ, ਰਾਏ ਬਲਾਰ, ਦੌਲਤਾਂ ਦਾਈ, ਬੇਬੇ ਨਾਨਕੀ, ਅਰਦਾਸ, ਬੈਦ, ਕੁਤਬਦੀਨ, ਫਾਰਸੀ ਪੜ੍ਹਾਉਣ ਵਾਲਾ ਪੰਡਤ ਪਾਦਾ ਗੋਪਾਲ, ਕਿੰਨੀ ਕਿਰਪਾ ਕੀਤੀ ਜਿਨ੍ਹਾਂ ਦੇ ਭਾਗ ਜਾਗੇ। ਤੇ ਜਿਨ੍ਹਾਂ ਦਾ ਕਰਮ ਸਾਥ ਨਹੀਂ ਦਿੰਦਾ, ਮਰਦਾਨਾ ਜੀ ਕਹਿੰਦੇ ਮਹਾਰਾਜ ਬੜੀ ਚੱਟੀ ਲੱਗੀ ਹੈ। ਜਦੋਂ ਮੈਂ ਬਾਜ਼ਾਰ ਲੰਘਦਾ ਲੋਕ ਮੈਨੂੰ ਟਿਚਰਾਂ ਕਰਦੇ ਆ, ਆ ਕਰਾਈਏ ਦਾ ਡੂਮ ਜਾ ਰਿਹਾ, ਟਿਚਰਾਂ ਕਰਦੇ। ਮਹਾਰਾਜ ਕਹਿੰਦੇ ਮਰਦਾਨਿਆਂ ਇਹ ਚੱਟੀ ਲੱਗੀ ਹੈ, ਇੱਕ ਦਿਨ ਆਏਗਾ
कराइए तो डूम की घर घर पूजा हो। अज जिथे तक गुरु नानक की पूजा, उत्थे तक श्री मर्दाने की पूजा हो रही, भाई वाले की हो रही कि नहीं? जड़े महाराज दे बन गए, बाबा बुढ़ा साहब महाराज दे बने, अज बाबे बुढ़े की पूजा घट है, गुरुआं नूं पूज रहे लोग। बाबा दीप सिंह ला लो, भाई मनी सिंह साहब ला लो, बोता सिंह, गरजाल सिंह, भाई तारू सिंह, किन्ने बड़ी बड़िया शख्सियत हुई। अज बंदा बहादुर 300 साल तक जट्टां नूं भी चेते नहीं आया, हुण जट कहंदे सानूं जमीनां वो दे के गया, हुण चेता आया जिहड़े खोण लगे, पहला नहीं चेता। तो कहण तो भाव ये है, जिनी जिनी भी गुरु नानक पातशाह दे घर दी सेवा की, सिमरन किया, सत्संग किया, वो खाली नहीं रहा। कल इतिहास पढ़ाते थे, 6वें पातशाह सारे इकट्ठे कर लए, धन गुरु हरराज सिंह गद्दी, माता मरवाही गुस्से होकर तुर पई। ये मोड़ के राय जोध में गया, भाई भाना बाबे बुढ़े लड़के मोड़ के लिया। वो कहते माता जी महाराज दे होंदे तुसीं चल चले, गल ठीक नहीं। कहते पोते नूं गद्दी देती, मेरे पुत नूं नहीं देती। सूरजमल बाहर सूरजमल सद लिया, कहते सुना भी गद्दी दे दईए तैनूं? कहता नहीं महाराज सिੱਖੀ 3 वारी। महाराज कहते जिथे सिੱਖੀ आ गई सब कुछ आ गया, जा तेरी बंस बहुत बधे फुलेगी। ਜਿਹੜੇ आनंदपुर के सोढी है सारे सूरजमल की औलाद, आ करतारपुर धीरमल दे। सो इस वास्ते कि माता नानकी मेरा पुत्र बड़ा भोला भाला सी, कहते इन्हां नूं भी मिलूगी, ये वो काम करनगे जिहड़ा किने कीता ही नहीं। 10 पातशाह खालसा पंथ साडे मूँह बहुत बड़े बड़े युद्ध जंग करनगे, पंथ की रचना करन। हुण तुसीं बाबे बगाल चल जाओ, उत्थे जाके रहना, गज के बोलो महापुरखां दे इशारे हुंदे। धन धन बाबा किशन सिंह जी महाराज राड़ा साहब, उन्हां दी भैण बाबा जी सेवा च बहुत सेवा कर। बाबा जी ने समाउण तो पहला एक दिन कहते अपनी भैण नूं, कहते कल मैं चले जाना, हुण तू अपने घरे चले जा, हुण नहीं इत्थे रहना, कल मैं चले जाना। चलो पहला दा कहते हुण नहीं तू इत्थे रहना, हुण अपने घरे रह जा, कल उन्हें लोगों दी गल्लां सुनिया, कल मैं चले जाना। पहला इशारा कल आया श्री साढ़े महापुरखां दे बचन बड़े देख लो अमोलक होंदे, अलौकिक होंदे। एक बारी कहते महाराज ये कहते ब्रह्म ज्ञानी नूं जैसा अमृत ऐसी बेखाटी, कहते महाराज एक चीज ਉਹਦਾ ਨਾਂ ਕੀ है छोटू, वो जीव नूं लगे ਉਹਦਾ स्वाद नहीं ना दस सकते की नाम ਉਹਦਾ है। जीव नूं ला दिओ तो बंदा ਉਹਦਾ स्वाद दस नहीं सकदा, मर ਜਾਂਦਾ। साइनाइड कहते महाराज कहते लियाओ, 2 डट भर के पी गए, कहते फिक्की जी आ। बाबा किशन सिंह राड़े वाले ब्रह्म ज्ञानी, वो ला दिओ तो बंदा दस नहीं सकदा, मर जाता उदों ही। देखो महापुरुष कहते फिक्की जी है, कुछ नहीं, क्योंकि ब्रह्म ज्ञानी की दृष्ट अमृत वर्ष, जिथे उन्होंने दृष्टि पै जाती जहर भी अमृत बन जाता, जहर भी अमृत पर होवे पूरा। तो जे उठ के एवं कोई रीस करे, वो नहीं, उन्हों की रीस करे सो बगुचा जिन हर प्रभ है रखवार, रीस नहीं कर सकता। इस करके पूरे लोगों ने गल्लां पूरियां होंदियां, अधूरियां ने अधूरियां। तो महाराज सच्चे पातशाह ने बहुत बड़ी बख्शिश की है। धन धन साहिब श्री गुरु अर्जन देव जी महाराज जी का, गुरु ग्रंथ साहिब सच्चे पातशाह का कोटान कोट धन्नवाद करो। हुण गुरु ग्रंथ साहिब महाराज का पहला प्रकाश आ रहा,
ਬਾਬਾ ਸ੍ਰੀ ਚੰਦ ਦਾ ਅਵਤਾਰਪੁਰ ਵੀ ਆ ਰਿਹਾ, ਤਾਂ ਉਹਨਾਂ ਦਾ ਆਰਤਾ ਤੁਸੀਂ ਸੁਣਿਆ ਜੀ, ਕਈਆਂ ਤੋਂ ਪਹਿਲੀ ਵਾਰੀ ਸੁਣਿਆ ਹੁਣ। ਅਤੇ ਬਾਬਾ ਜੀ ਦਾ ਆਰਤਾ ਵੀ ਹੈਗਾ, ਤਾਂ ਜਾਂ ਤਾਂ ਧੰਨੇ ਨੇ ਆਰਤਾ ਕੀਤਾ ਜਾਂ ਸ੍ਰੀ ਚੰਦ ਨੇ, ਬਾਕੀਆਂ ਨੇ ਆਰਤੀਆਂ। ਸੋ ਇਸ ਵਾਸਤੇ ਗੁਰੂ ਮਹਾਰਾਜ ਨੇ ਬਹੁਤ ਕਿਰਪਾ ਕੀਤੀ ਹੈ, ਬਖਸ਼ਿਸ਼ ਕੀਤੀ ਹੈ। ਗੁਰੂ ਅਰਜਨ ਸਾਹਿਬ ਦਾ ਧੰਨਵਾਦ ਕਰੀਏ ਕਿ ਜਿਨ੍ਹਾਂ ਨੇ ਮਿਹਰ ਕਰਕੇ ਇਹ ਪਵਿੱਤਰ ਸਮਾਂ ਬਖਸ਼ਿਸ਼ ਕੀਤਾ, ਕਿ ਉਹਨਾਂ ਦੀ ਕਿਰਪਾ ਤੋਂ ਬਿਨਾਂ ਸਾਰੀ ਘੜੀ ਸੁਲੱਖਣੀ ਜੋ ਛੋਹ ਦੇ ਨਾਲ ਵਿਹਾਵੇ। ਉਹ ਸਾਰੀ ਸੰਗਤ ਦਾ ਕੋਈ ਧੰਨਵਾਦ ਹੈ, ਕਿਉਂਕਿ ਇੱਥੇ ਦੇ ਲੋਕ ਪਹਿਲਾਂ ਸਾਧ ਰਹੇ ਹੈ। ਉਹ ਧਰਤੀ 'ਚ ਕੋਈ ਨਾ ਕੋਈ ਬਰਕਤ ਹੁੰਦੀ ਹੈ। ਮਾਰੇ ਜਨਮ ਤੋਂ ਮਾਰੇ ਗਏ ਨਾ, ਥੇ ਅਸੀਂ ਉੱਥੇ ਠੀਕਰੀ ਜੀ ਲਿਸ਼ਕੀ ਜਾਏ, 10 ਪਾਤਸ਼ਾਹਾਂ ਦੇ ਲਿਆਓਗੇ, ਕਹਿੰਦੇ ਵੀ ਠੀਕਰੀ ਲਿਸ਼ਕਦੀ, ਕਹਿੰਦੇ ਮਾਰੇ ਪਤਾ ਨਹੀਂ, ਕਹਿੰਦੇ ਕਿ ਰਾਜੇ ਨੇ ਹਮਲਾ ਕਰਕੇ ਸਾਰਾ ਤਬਾਹ ਕਰਤਾ ਸੀ, ਥੇ ਬਣਾ। ਕਿਸੇ ਮਾਈ ਨੇ ਚਟੂਰੇ ਵਿੱਚ ਘਿਓ ਸੀ ਪਾਇਆ, ਪਤਾ ਨਹੀਂ ਕਾਹਦੀ ਗੱਲ, ਹੁਣ ਠੀਕ ਨਹੀਂ ਹੋਇਆ। ਉਹ ਜਿਹੜਾ ਮਸਾਮਾਂ ਵਿੱਚ ਘੇ ਆ ਨਾ, ਉਹ ਸੂਰਜ ਦੇ ਤੇਜ ਨਾਲ ਵਿੱਚੋਂ ਸਿਮਰੇ। ਇਸ ਤਰ੍ਹਾਂ ਧਰਤੀ 'ਚ ਵੀ ਜਿੱਥੇ ਕੋਈ ਭਜਨ ਬਾਣੀ ਹੁੰਦੀ ਆ, ਉਹ ਧਰਤੀ 'ਚ ਵੀ ਨਾਮ ਬਾਣੀ ਦੇ ਪਰਮਾਣੂ ਹੁੰਦੇ ਆ। ਉਹ ਫਿਰ ਇਨਸਾਨ ਦੇ ਮਨ ਨੂੰ ਆਪਣੇ ਵੱਲ ਆਕਰਸ਼ਣ ਕਰਦੇ, ਖਿੱਚਦੇ। ਸ਼ਿਵ ਜੀ ਜਾਂਦੇ ਸੀ ਨਾ, ਖੜਾ ਉਹਨੇ ਮੱਥਾ ਟੇਕਿਆ ਪਰਿਕਰਮਾ ਕਰਕੇ। ਮਾਤਾ ਪਾਰਵਤੀ ਕਹਿੰਦੀ ਮਹਾਰਾਜ, ਕਹਿੰਦੇ ਇੱਥੇ ਇੱਕ ਸੰਤ ਨੇ ਤਪੱਸਿਆ ਕੀਤੀ, ਜਗ੍ਹਾ ਲੋਪ ਹੋ ਰਹੇ ਸੀ, ਨਿਸ਼ਾਨ ਕਾਇਮ ਕਰਦੇ। ਇੱਕ ਜਗ੍ਹਾ ਫਿਰ ਕਹਿੰਦੇ ਧਰਤੀ ਉਡੀਕਦੀ ਹੈ, ਉੱਥੇ 100 ਸਾਲ ਤਪੱਸਿਆ ਕਰ ਚੁੱਕਾ, ਇਹ ਉਡੀਕਦੀ ਹੈ ਪਿੱਛੇ ਇੱਕ ਸੰਤ ਨੇ ਤਪੱਸਿਆ ਕਰਨ ਲਈ ਆਉਣਾ। ਧਰਤੀ ਵੀ ਉਡੀਕਦੀ, ਉਹ ਵੀ ਧਰਤੀ ਹੈ ਜਿੱਥੇ ਘੜਾ ਚੁਕੜਾ ਜਾਣਾ, ਕੁੱਕੜ ਬੱਕਰੇ ਵੱਢ ਹੋ ਜਾਂਦੇ, ਪਾਪ ਹੀ ਹੋਈ ਜਾਂਦਾ, ਗਾਈਆਂ ਵੱਢ ਹੋ ਰਹੀਆਂ, ਬੁੱਚੜਖਾਨੇ, ਉਹ ਵੀ ਧਰਤੀ ਹੈ ਜਿੱਥੇ ਕੜਾਹ ਦੇਗਾਂ ਹੋ ਰਹੀਆਂ। ਦਰਬਾਰ ਸਾਹਿਬ ਲੰਗਰ ਚੱਲਦੇ ਆ, ਕਥਾ ਕੀਰਤਨ ਹੁੰਦੇ ਆ, ਨਾਮ ਬਾਣੀ ਦੇ ਪ੍ਰਵਾਹ ਚੱਲਦੇ ਆ, ਭਜਨ ਬਾਣੀ ਹੁੰਦਾ, ਸਤਸੰਗ ਹੁੰਦੇ ਆ। ਧਰਤੀ ਦਾ ਫਰਕ ਹੈ। ਸੋ ਇਸ ਵਾਸਤੇ ਮਹਾਰਾਜ ਰਾਮਚੰਦਰ ਲక్ష్మణ ਜੀ ਆਉਂਦੇ ਸੀ, ਅਤੇ ਜਿਸ ਵੇਲੇ ਉੱਥੇ ਆਏ ਇੱਕ ਜਗ੍ਹਾ, ਕਹਿੰਦੇ ਮੈਂ ਵੀ ਨਾਲ ਤੁਰਿਆ ਫਿਰਦਾ, ਮੈਨੂੰ ਤਾਂ ਬਣਵਾਸ ਨਾ ਹੋਇਆ। ਬਣਵਾਸ ਤਾਂ ਮਹਾਰਾਜ ਨੂੰ ਹੋਇਆ ਸੀ, ਮੈਂ ਤੁਰਿਆ ਫਿਰਦਾ ਗੰਢ ਜੋ ਕੇ। ਜਿਹੜੇ ਲੰਘ ਹੈ, ਕਹਿੰਦੇ ਤੂੰ ਕੀ ਵਰਨਾ ਕਰੀ ਗਿਆ, ਤੈਨੂੰ ਮਹਾਰਾਜ ਨੇ ਕਿਹਾ ਸੀ ਤੂੰ ਆਪੇ ਆ। ਮਹਾਰਾਜ ਨੂੰ ਕਹਿੰਦਾ ਮਹਾਰਾਜ ਮੇਰੇ ਮਨ 'ਚ ਪੁੱਠੇ ਜਿਹੇ ਖਿਆਲ ਆਉਂਦੇ ਰਹਿ ਗਏ, ਇਹ ਕੀ ਗੱਲ ਹੋਈ? ਕਹਿੰਦੇ ਉਹ ਧਰਤੀ ਦਾ ਪ੍ਰਭਾਵ ਸੀ। ਇੱਥੇ ਇੱਕ ਦੈਂਤ ਦਾ ਪਿੰਜਰ ਪਿਆ, ਇੱਥੇ ਇਹ ਧਰਤੀ ਦਾ ਪ੍ਰਭਾਵ ਸੀ, ਜਿੱਥੋਂ ਗਲਤ ਪਰਮਾਣੂ ਗਲਤ ਪੁਰਨੇ ਹੁੰਦੇ ਸੀ। ਕਹਿੰਦੇ ਹੁਣ ਤੂੰ ਲੰਘ ਗਿਆ। ਇਸ ਵਾਸਤੇ ਜਗ੍ਹਾ ਦਾ ਵੀ ਪ੍ਰਭਾਵ ਹੈ, ਜਿੱਥੇ ਭਜਨ ਬਾਣੀ ਹੈ ਉਹ ਵੀ ਜਗ੍ਹਾ, ਫੁਲਵਾੜੀ ਲੱਗੀ ਹੋਵੇ ਤੇ ਦੇਖ ਲਓ ਕਿੰਨੀ ਸੁਗੰਧੀ ਹੁੰਦੀ। ਬੰਦਾ ਕਹਿੰਦਾ ਲਵੇ 10 ਮਿੰਟ ਬਹਿ ਕੇ ਚਲੀਏ, ਤੇ ਜੇ ਉੱਥੇ ਰੂੜੀਆਂ ਗੰਦ ਪਿਆ ਨਿਕਲਦਾ ਉਹਦਾ ਹੱਡਾ ਰੁਖੜੀ ਹੈ, ਮੂੰਹ ਲਪੇਟ ਕੇ ਲੰਘਦਾ ਕਿ ਨਹੀਂ, ਬੋ ਆਉਂਦੀ, ਫਰਕ ਹੈ ਕਿ ਨਹੀਂ? ਇਸ ਤਰ੍ਹਾਂ ਬੰਦਿਆਂ ਦਾ ਵੀ ਹੈ। ਕਈ ਬੰਦੇ ਆ ਮਹਾਂਪੁਰਖਾਂ ਜਾਓ ਮਨ ਨੂੰ ਸ਼ਾਂਤੀ ਮਿਲਦੀ, ਆਉਣ ਨੂੰ ਇੱਜ਼ਤ ਨਹੀਂ ਕਰੂ। ਕਈ ਹੈਗੇ ਵੀ ਨਿਕਲੋ ਪਰੇ, ਨਜ਼ਰ ਵੱਟੂ ਕਿੱਥੇ ਮੱਥੇ ਲੱਗ ਗਿਆ, ਸਵੇਰ ਦਾ ਪਾਣੀ ਵੀ ਨਹੀਂ ਮਿਲਿਆ, ਅਤੇ ਇਹੋ ਜਿਹਾ ਹੈ। ਇਹ ਵੀ ਸਰੀਰ ਰੂਪੇ ਵੀ ਧਰਤੀ ਹੈ। ਅੰਦਰੋਂ ਉਹੋ ਜਿਹਾ ਖਿਆਲਾਤ, ਉਹੋ ਜਿਹਾ ਭਾਵਨਾ, ਇੱਥੇ ਮਹਾਂਪੁਰਖ ਆ, ਮਨ ਨੂੰ ਸ਼ਾਂਤੀ ਮਿਲਦੀ। ਸ਼ਾਂਤੀ ਆ ਹੁਣ ਭਾਣਜਾ ਨਾ ਤੇਰਾ, ਉਹ ਦੇਖ ਲਓ ਉਮਰ ਕੀ ਹਾਲੇ, ਉਹ ਗੱਲ ਕਰੂ, ਕਹਿੰਦਾ ਉੱਥੇ ਜਾਈਏ ਬੜਾ ਸਕੂਨ ਆਉਂਦਾ। ਮੈਂ ਕਿਹਾ ਤੂੰ ਫਾਰਸੀ ਦਾ ਅਖਰ ਕਿੱਥੋਂ ਕੱਢ ਲਿਆ? ਕਹਿੰਦਾ ਸਕੂਨ ਬਹੁਤ ਆਉਂਦਾ। ਕਿਉਂ? ਗੁਰੂ ਨਾਨਕ ਦੇ ਚਰਨ 'ਚ। ਆ ਬੱਚਾ ਛੋਟਾ ਹੀ ਇਹਦਾ ਭਾਣਜਾ, ਕੁਝ ਲਿਆਊ ਉੱਥੇ, ਕਹਿੰਦੇ ਇੱਥੇ ਆ ਕੇ ਸਕੂਨ ਬਹੁਤ ਆਉਂਦਾ, ਸਕੂਨ, ਸ਼ਾਂਤੀ ਮਿਲਦੀ। ਲੈ ਬੱਚਾ ਵੀ ਸਮਝਦਾ,
जिथे मारन चरण पाए, जिथे जाए वह मेरा सतगुरु, सो थान सुहावा राम राजी। जिथे बैठन साध जन सो थान सुहंदा, वो सेवन समर्थ अपना बिनसा सा मंदा। बैकुंठ नगर जहाँ संत बसो, वो बैकुंठ नगरी बन जाती है जिथे महापुरख भजन बाणी करते। सो सारिਆਂ ਦਾ ਹੀ ਭਾਈ ਧੰਨਵਾਦ ਆ। महाराज शुकराना करिए, महाराज अरदास करो कि पिछले अवगुण बख्श लै, प्रभ आगे मार्ग ये अवगुण बख्शो। कलयुग का प्रभाव आ, गलतियां फलतियां होंदियां रहनियां, महाराज की माफ़ी मंगीए, अरदास करिए कि महाराज अमृत वेले उठण का बल दिओ, बाणी का नाम, बाणी का संगत की सेवा का, महापुरुषों संगत का, अपने दर्शन ददारे पवित्र स्थान यात्रा, ये कृपा करके बख्शिश करो। क्योंकि दीवा चिमनी च बलदा, पदरे बाल जी बुझ जाता ना। संगत जिहड़ी एक किला आ, इहदे च रहना बंदा बुराई तो बच जाता। कई बार इकल्ले बंदा संगत अपना प्रभाव पा जाती। इस करके संगत एक बाड़ होंदी। महाराज चरणों अरदास करनी है। धन गुरु अर्जन साहब, किड्डा कुंभ, किड्डा छेत्र लागा वा, छेत्र लागा सदियां तक ये छेत्र चलना। कोई छेत्र लाऊगा 4 दिन 10 दिन ला दूगा, पर महाराज गुरु नानक ने जोड़ा छेत्र लाया सदा ही, नाम बाणी का भी, गुरु के लंगर का भी, जिथे चल जाओ देशों प्रदेशों धन गुरु नानक साहब के छेत्र चल रहे हैं। कि महाराज कृपा कर रहे हैं। सो महाराज सच्चे पातशाह मेहर करन, अपने चरणों में सोती व्यक्ति जोड़न। वाहिगुरू जी का खालसा, वाहिगुरू जी